ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਪ੍ਰੋਗਰਾਮ ਸ਼ਮਾਦਾਨ 'ਚ ਮੈਂ ਜੀ ਆਇਆਂ ਕਹਿੰਦਾ ਹੋਇਆ ਨਿੱਘਾ ਸਵਾਗਤ ਕਰਦਾ ਜੀ। ਅੱਜ ਤੁਸੀਂ ਸਾਡੇ ਨਾਲ ਜੁੜੇ ਹੋ ਪੰਜਾਬ ਦੀ ਧਰਤੀ ਤੋਂ, ਬਠਿੰਡਾ ਤੋਂ, ਤੇ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋਣਾ ਹੈ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਿਹਤ ਯਾਫਤਾ ਹੋਵੋਗੇ, ਤੰਦਰੁਸਤ ਹੋਵੋਗੇ। ਸੋ ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 14 ਅਗਸਤ। ਭਾਰਤ ਦੀ ਅਜਿਹੀ ਲਕੀਰ ਜਿਸ ਨੇ ਪਾਕਿਸਤਾਨ ਬਣਾ ਦਿੱਤਾ, ਤੇ ਪਾਕਿਸਤਾਨ ਤਾਂ ਬਣ ਗਿਆ, ਪਰ ਪੰਜਾਬੀਆਂ ਤੇ ਬੰਗਾਲੀਆਂ ਦੇ ਹੱਡਾਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਜ ਦੇ ਦਿਨ ਜਿਹੜੀ ਪੀੜ ਮਿਲੀ ਸੀ ਉਹ ਉਸੇ ਤਰ੍ਹਾਂ ਹੀ ਬਰਕਰਾਰ ਹੈ। ਸੋ ਮੈਂ ਅੱਜ ਦੇ ਇਸ ਦਿਵਸ ਨੂੰ ਕੀ ਕਹਾਂ। ਸੋ ਪੰਜਾਬੀ ਹੋਣ ਦੇ ਨਾਤੇ ਮੈਂ ਕੋਈ ਬਹੁਤੀ ਵਧਾਈ ਨਹੀਂ ਦੇ ਸਕਦਾ, ਕਿਉਂਕਿ ਅੱਜ ਪੰਜਾਬ ਵੰਡਿਆ ਗਿਆ ਸੀ, ਵੱਢ ਟੁੱਕ ਹੋਈ ਸੀ, ਪਾਕਿਸਤਾਨ ਨੇ ਜਨਮ ਲਿਆ ਸੀ। ਚਲੋ ਦੇਸ਼ ਨਵਾਂ ਬਣਿਆ, ਉਹਨਾਂ ਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ ਦਿੰਦੇ ਆ। ਸੋ ਇਸੇ ਤੇ ਵੀ ਚਰਚਾ ਕਰਾਂਗੇ, ਤੁਹਾਡੇ ਵਿਚਾਰ ਲਵਾਂਗੇ। ਫੋਨ ਨੰਬਰ ਹੈ 92 164 10 666, 98 149 10 666। ਇਹ ਦੋ ਨੰਬਰਾਂ ਦੇ ਉੱਤੇ ਤੁਸੀਂ ਆਪਣੇ ਵਿਚਾਰ ਦੇ ਕੇ ਸਾਡੇ ਨਾਲ ਸਾਂਝ ਪਾਇਓ। ਜਿਹੜੇ ਵੀਰ ਪੰਜਾਬ ਛੱਡ ਕੇ ਅਮਰੀਕਾ ਦੀ ਧਰਤੀ ਤੇ ਪੱਕਾ ਹੋਣਾ ਚਾਹੁੰਦੇ ਨੇ, ਪੰਜਾਬ, ਹਰਿਆਣਾ, ਹਿਮਾਚਲ, ਕਿਤੋਂ ਵੀ ਸਾਡੇ ਪੰਜਾਬੀ ਵੀਰ ਜਾਂ ਰਾਜਸਥਾਨੀ ਵੀਰ, ਹਰਿਆਣਵੀ ਵੀਰ ਵੀ ਜਾ ਰਹੇ ਨੇ, ਤਾਂ ਅਮਰੀਕਾ ਦੀ ਮਸ਼ਹੂਰ ਲਾ ਫਰਮ ਗੈਲ ਐਂਡ ਗੈਲ ਦੇ ਸੀਨੀਅਰ ਅਟਾਰਨੀ ਐਮੀ ਗੈਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨਿਊਯਾਰਕ ਦੇ ਟਾਈਮ ਦੇ ਮੁਤਾਬਕ ਆਫਿਸ ਦੇ ਫੋਨ ਦੇ ਉੱਤੇ +1 ਅਮਰੀਕਾ ਦਾ ਕੋਡ ਲਾ ਕੇ 2126192859, ਜਾਂ ਜਦੋਂ ਵੀ ਤੁਹਾਡਾ ਸਮਾਂ ਲੱਗੇ ਤੁਸੀਂ WhatsApp ਦੇ ਉੱਤੇ ਮੈਸੇਜ ਛੱਡੋ, ਵੌਇਸ ਮੈਸੇਜ ਛੱਡੋ, ਜਾਂ ਫਿਰ ਕਾਲ ਕਰੋ। ਰਾਜਵੀਰ ਸਿੰਘ ਹੋਰੀ ਜਿਹੜੇ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਨੇ, ਲਗਾਤਾਰ 24 ਸਾਲਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਨੇ ਜੀ। 7186121188 ਦੇ ਉੱਤੇ ਤੁਸੀਂ ਕਾਲ ਕਰ ਲਓ। ਤੁਹਾਡੇ ਬੱਚਿਆਂ ਦੇ ਵੀਜ਼ੇ ਤੋਂ ਇਲਾਵਾ L1 ਵੀਜ਼ੇ ਦਾ ਵੀ ਇਹ ਤੁਹਾਡੇ ਲਈ ਕੰਮ ਕਰਦੇ ਨੇ। ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ, ਨਵਾਂ ਐਡੀਸ਼ਨ ਕਰਾਉਣੀ ਹੈ, ਤਾਂ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਸਟੇਟ ਦੇ ਵਿੱਚ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ। ਨਵਾਂ ਬਿਜ਼ਨਸ ਰਜਿਸਟਰਡ ਕਰਾਉਣਾ, ਨਵੀਂ ਫਰਮ ਬਣਾਉਣੀ ਹੈ, ਕਾਰਪੋਰੇਸ਼ਨ ਬਣਾਉਣੀ ਹੈ, ਤਾਂ ਹਮੇਸ਼ਾ ਲੋਕਪਾਲ ਸਿੰਘ ਸੋਹਲ ਤੇ ਮਹਿੰਦਰ ਸਿੰਘ ਸੋਹਲ ਹੋਰਾਂ ਨੂੰ ਯਾਦ ਰੱਖੋ, ਜਿਨ੍ਹਾਂ ਦੀ ਲੋਕੇਸ਼ਨ 24915 104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਹੈ। ਫੋਨ ਨੰਬਰ ਹੈ ਜੀ 253 520 88 86 ਦੇ ਉੱਤੇ ਕਾਲ ਕਰ ਸਕਦੇ ਹੋ, 253 520 8886 ਦੇ। ਸ਼ੇਅਰਟਲ ਦੀ ਮਸ਼ਹੂਰ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ ਆਪਰੇਟਰਾਂ ਦੇ ਨਾਲ ਨਾਲ ਡਰਾਈਵਰ ਵੀ ਹਾਇਰ ਕਰ ਰਹੀ ਹੈ, ਚੰਗੀ ਮਾਈਲੇਜ ਦੇ ਨਾਲ ਨਾਲ ਚੰਗਾ ਬੋਨਸ ਤੇ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸਿੰਘ ਸੰਧੂ ਹੋਰਾਂ ਦੇ ਨਾਲ 2532666924 ਤੇ ਕਾਲ ਕਰ ਸਕਦੇ ਹੋ, ਜਾਂ 206 354 40 60 ਦੇ ਉੱਤੇ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ ਕਾਲ ਕਰ ਲਓ। ਕਿਸੇ ਤਰ੍ਹਾਂ ਦੀ ਬਿਮਾਰੀ ਦੀ ਹੋਮੋਪੈਥੀ ਦਵਾਈ ਲੈਣੀ ਹੈ ਤਾਂ ਹਮੇਸ਼ਾ ਯਾਦ ਰੱਖੋ ਡਾਕਟਰ ਹਰਮਿੰਦਰ ਗਿੱਲ ਹੋਰਾਂ ਨੂੰ। ਅਮਰੀਕਾ ਦਾ ਨੰਬਰ ਹੈ ਜੀ 408 737 7100। ਇਹ ਤੁਹਾਡੀ ਘਰੇ ਤੁਹਾਡੀ ਦਵਾਈ ਪੁੱਜਦੀ ਕਰਦੇ ਨੇ। ਮੇਰੇ ਨਾਲ ਸ਼ਵਿੰਦਰ ਜੀ ਨੇ। ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਸੋ ਸ਼ਵਿੰਦਰ ਜੀ, ਅੱਜ ਸ਼ੁਰੂਆਤ ਕੀਤੀ ਸੀ, ਸਰਹੰਦ ਦੀ ਲਕੀਰ ਖਿੱਚੀ ਗਈ। ਹਜੇ ਤੱਕ ਵੀ ਵੰਡ ਦੇ ਵਿਛੜੇ ਜਿਹੜੇ ਨੇ ਭੈਣ ਭਰਾ ਮਿਲ ਰਹੇ ਨੇ। 70 ਸਾਲ ਦਾ ਸਮਾਂ ਹੋ ਗਿਆ। ਅਰਦਾਸਾਂ ਕਰਦੇ ਹਾਂ, ਤੇ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ, ਉਮੀਦਾਂ ਨਹੀਂ ਸੀ ਕਿ ਬਾਬੇ ਨਾਨਕ ਦੀ ਜਿਹੜੀ ਜੋਤੀ ਜੋਤ ਸਮਾਉਣ ਵਾਲੀ ਜਗ੍ਹਾ ਕਰਤਾਰਪੁਰ ਸਾਹਿਬ, ਉਹ ਵਿਛੜਿਆਂ ਦੇ ਮੇਲੇ ਕਰਾਉਣ ਵਾਲੀ ਵੀ ਇੱਕ ਪਵਿੱਤਰ ਧਰਤੀ ਬਣ ਜਾਏਗੀ। ਬਿਲਕੁਲ। ਤੀਜੀ ਪੀੜ੍ਹੀ ਵੀ ਬੁੱਢੀ ਹੋ ਚੱਲੀ ਹੈ, ਚੌਥੀ ਪੀੜ੍ਹੀ ਜਵਾਨ ਹੈ, ਪਰ ਹੱਡਾਂ ਦਾ ਜਿਹੜੀ ਚੀਜ਼ ਹੈ, ਦਰਦ ਜਿਹੜੀ ਆ ਅੰਦਰ ਰਚ ਗਈ ਹੈ। ਜਿਵੇਂ ਕਹਿੰਦੇ ਨਾ ਫਲਾਨਿਆਂ ਤੇਰੇ ਹੱਡਾਂ 'ਚ ਦਰਦ ਰਚ ਗਿਆ, ਉਹ ਜਿਹੜੀ ਟਸੂ ਟਸੂ ਕਰਦੀ ਹੈ ਪੀੜ ਹੈ ਜਿਹੜੀ 47 ਦੀ। ਕਹਿੰਦਾ ਨਾ ਸਨ 47 ਭੁੱਲਣਾ, ਨਾ ਹੀ ਭੁੱਲਣੀ 84। ਸੋ 84 ਦੀ ਗੱਲ ਜੂਨ 'ਚ ਕੀਤੀ ਸੀ, ਤੇ ਜਿਹੜੀ 47 ਦੀ ਵੰਡ ਆ ਉਹ ਅੱਜ ਦੇ ਕਿਹੜੇ ਦਿਨ ਨੂੰ ਕੀ ਕਹਾਂ, ਦਿਨ ਕੀ ਸੀ।
ਲੋਕਾਂ ਦੀ ਇਹ ਦਰਦ ਦੀ ਜਿਹੜੀ ਕਹਾਣੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੰਗਲ ਇਸ ਗੱਲ ਇਹ ਹੈਗੀ ਹੈ ਕਿ 47 ਦਾ ਜਿਹੜਾ ਟਾਈਮ ਹੈ ਨਾ, ਉਹਨੂੰ ਵੀ ਕਦੇ ਵੀ ਨਾ ਤਾਂ ਬੰਗਾਲੀ ਲਿਟਰੇਚਰ 'ਚ, ਨਾ ਹੀ ਪੰਜਾਬੀ ਲਿਟਰੇਚਰ ਦੇ ਵਿੱਚ, ਨਾ ਹੀ ਜਨਮਾਨਸ ਨੇ, ਬੰਗਾਲੀ ਤੇ ਪੰਜਾਬੀ ਜਨਮਾਨਸ ਨੇ ਐਕਸੈਪਟ ਨਹੀਂ ਕੀਤਾ ਹੈਗਾ। ਕਿਉਂਕਿ ਹੁਣ ਜਿਹੜਾ ਬੰਗਾਲ ਦੀ ਵੰਡ ਸੀ, ਉਹ ਤਾਂ ਤੁਹਾਨੂੰ ਪਤਾ ਵੀ ਉਹਦੇ ਵਿੱਚੋਂ ਬੰਗਲਾਦੇਸ਼ ਬਣ ਗਿਆ, ਤੇ ਬੰਗਲਾਦੇਸ਼ ਨਾਲ ਸਾਡੇ ਹਾਲੇ ਵੀ ਸੰਬੰਧ ਉਹਨੇ ਪੇਚੀਦਾ ਨਹੀਂ ਹੈਗੇ ਜਿੰਨੇ ਪਾਕਿਸਤਾਨ ਨਾਲ ਨੇ। ਉਹ ਤਾਂ ਵੇਲੇ ਕੋਲੇ ਲੰਘ ਵੀ ਜਾਂਦੇ, ਇੱਕ ਦੂਜੇ ਨੂੰ ਮਿਲ ਵੀ ਆਉਂਦੇ ਆ, ਉਹ ਲੰਘ ਵੀ ਜਾਂਦੇ ਨੇ, ਉਹਨਾਂ ਦਾ ਹਾਲੇ ਵੀ ਜਿਹੜਾ ਕਲਚਰਲ ਸਾਂਝ ਬਹੁਤ ਕੁਛ ਹੈਗਾ ਉੱਥੇ, ਲੇਕਿਨ ਸਾਡੇ ਨਾ ਉਹ ਸਾਂਝਾਂ ਨੂੰ ਗਿਣ ਮਿਥ ਕੇ ਤੋੜਿਆ ਗਿਆ ਹੈਗਾ। ਤੇ ਇੱਥੇ ਸਫ਼ਰ ਜੇ ਕੀਤਾ ਤਾਂ ਇੱਕ ਤਾਂ ਪੰਜਾਬੀਆਂ ਨੇ ਕੀਤਾ, ਇੱਕ 47 ਤੋਂ ਬਾਅਦ ਕਸ਼ਮੀਰੀਆਂ ਨੇ ਵੀ ਕੀਤਾ, ਕਿਉਂਕਿ ਉਹਨਾਂ ਦਾ ਕਸ਼ਮੀਰ ਦਾ ਇੱਕ ਹਿੱਸਾ ਵੀ ਜਿਹੜਾ ਹੈਗਾ ਉਧਰਲੇ ਪਾਸੇ ਆ। ਪਰ ਉਹਦੇ ਵਿੱਚ ਕੀ, ਮਨਮੋਹਨ ਸਿੰਘ ਦੇ ਸਮੇਂ ਦੇ ਵਿੱਚ ਇੱਕ ਬੱਸ ਚੱਲ ਪਈ ਸੀਗੀ, ਉਹ ਜੋੜਨ ਦਾ ਕੰਮ ਕਰਦੀ ਸੀ, ਤੇ ਮੋਦੀ ਹੋਰਾਂ ਨੇ ਉਹ ਬੱਸ ਬੰਦ ਕਰ ਦਿੱਤੀ। ਹੁਣ 9 ਸਾਲ ਤੋਂ ਵੱਧ ਸਫ਼ਰ ਕਰ ਰਹੇ ਨੇ, ਪਰ ਸਾਨੂੰ ਤਾਂ ਬਿਜਲੀ ਟਾਈਮ ਹੀ ਨਹੀਂ ਮਿਲਿਆ ਪੰਜਾਬੀਆਂ ਨੂੰ, ਤਾਂ ਮਤਲਬ ਕਿ ਉਹ ਕਸ਼ਮੀਰੀਆਂ ਲਈ ਤਾਂ ਟਾਈਮ ਮਿਲ ਗਿਆ ਸੀ ਵੀ ਉਹਨਾਂ ਨੂੰ ਬੱਸ ਚਲਾ ਦਿੱਤੀ, ਲੇਕਿਨ ਪੰਜਾਬੀਆਂ ਤਾਂ 47 ਤੇ ਵਿਛੜੇ ਹੋਏ ਨੇ, ਉਸ ਤੋਂ ਬਾਅਦ ਕੁਝ ਹੋਇਆ ਹੀ ਨਹੀਂ, ਏਦਾਂ ਦਾ ਗੱਲਬਾਤ ਹੀ ਨਹੀਂ ਹੋਈ। ਆ ਇੱਕ ਬਾਬੇ ਨਾਨਕ ਵਾਲਾ ਲਾਂਘਾ ਜ਼ਰੂਰ ਬਣ ਗਿਆ, ਤੇ ਜਿਵੇਂ ਗੁਰੂ ਨਾਨਕ ਖੁਦ ਜੋੜਨ ਦੀ ਗੱਲ ਕਰਦੇ ਸੀਗੇ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਉਸੇ ਹੀ ਸੋਚ ਉੱਤੇ ਸਰੀਰਕ ਰੂਪ ਵਿੱਚੋਂ ਸਾਡੇ ਵਿੱਚ ਨਹੀਂ, ਪਰ ਜਿਹੜੇ ਵਿਚਾਰਾਂ ਦੇ ਰੂਪ ਚੋਂ ਸਦੀਆਂ ਤੋਂ ਸਾਡੇ ਵਿੱਚ ਹੈਗੇ ਨੇ, ਤੇ ਉਹ ਆਪਣਾ ਕੰਮ ਕਰ ਰਹੇ ਹੈਗੇ ਨੇ। ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਜੋੜਨ ਵਾਲੀ, ਮਨੁੱਖਤਾ ਦੀ ਗੱਲ ਕਰਨ ਵਾਲੀ, ਉਹ ਸਿਰਫ ਸ਼ਰਧਾ ਦੇ ਨਜ਼ਰੀਏ ਤੋਂ ਨਹੀਂ, ਉਹ ਮਤਲਬ ਵੈਸੇ ਵੀ ਜਿਹੜੇ ਇੱਕ ਵਿਚਾਰ ਦੇ ਨਜ਼ਰੀਏ ਤੋਂ ਵੀ ਉਹ ਮਨੁੱਖਤਾ ਨੂੰ ਜੋੜ ਰਹੀ ਹੈ। ਹੁਣ ਇੱਕ ਤਾਂ ਤੁਹਾਡਾ ਜੋ ਸ਼ੁਰੂਆਤ ਤੁਸੀਂ ਕੀਤੀ 47 ਦੀ, ਪੰਜਾਬੀਆਂ ਨੇ ਨਾ 47 ਨੂੰ 47 ਨੂੰ ਜਿਹੜਾ ਕਦੇ ਵੀ ਨਾ ਜਸ਼ਨ ਦੇ ਤੌਰ ਤੇ ਨਹੀਂ ਐਕਸੈਪਟ ਕੀਤਾ ਹੈ, ਤੇ ਆਜ਼ਾਦੀ ਦਿਨ ਨੂੰ ਵੀ ਕਦੇ ਜਸ਼ਨ ਦੇ ਤੌਰ ਤੇ ਨਹੀਂ ਕੀਤਾ। ਤੁਸੀਂ 47 ਨੂੰ ਯਾਦ ਕਰਦੇ ਹੋ ਤਾਂ ਭਾਰਤ ਦੇ ਦੂਜੇ ਮੁਲਕਾਂ 'ਚ ਯਾਦ ਕੀਤੀ ਜਾਂਦੀ ਹੈ ਵੀ 47 ਉਹ ਸੀ ਜਦੋਂ ਮੁਲਕ ਆਜ਼ਾਦ ਹੋਇਆ, ਪਰ ਜੇ ਸਾਡੇ ਵੇਲੇ ਦੇਖੇ ਜਾਵੇ, ਆਮ ਲੋਕਾਂ ਦੇ ਸ਼ਬਦ ਦੇਖੇ ਜਾਣ, ਜਿਹੜੇ ਆਪਣੇ ਬਾਬੇ ਸੀਗੇ ਹੁਣ ਤਾਂ ਵਿਚਾਰੇ ਘੱਟ ਰਹਿ ਗਏ ਨੇ, ਜਿਹੜੇ 47 ਤੋਂ ਪਹਿਲਾਂ ਵਾਲੇ ਨੇ, ਹੌਲੀ ਹੌਲੀ ਉਹਨਾਂ ਨੇ ਵੀ ਖਤਮ ਹੋ ਜਾਣਾ, ਪਰ ਲੇਕਿਨ ਉਹ ਬਾਬੇ ਜਿਨ੍ਹਾਂ ਦਾ ਮੈਂ ਤਾਂ ਉਹ ਵੀ ਦੇਖੇ ਹੋਏ ਨੇ, ਤੁਸੀਂ ਸਗੋਂ ਮੇਰੇ ਤੋਂ ਵੱਧ ਦੇਖੇ ਹੋਏ ਆ, ਜਿਨ੍ਹਾਂ ਦਾ ਜਨਮ 1800 ਕੁਛ ਵਿੱਚ ਹੋਇਆ ਸੀ, ਜਾਂ 1910 ਵਿੱਚ, 13 ਵਿੱਚ, 16 ਵਿੱਚ ਹੋਇਆ ਸੀ, ਉਹ ਨਹੀਂ ਰਹੇ ਸਾਡੇ ਵਿਚਕਾਰ, 20-25 ਵਾਲੇ ਵੀ ਨਹੀਂ ਰਹੇ। ਉਹਨਾਂ ਦੇ ਕੋਲੋਂ ਜਦੋਂ ਸ਼ਬਦ ਪੁਰਾਣੇ ਸੁਣਦੇ ਸੀ, ਦੇਖੋ ਉਹ 47 ਨੂੰ ਕਿਵੇਂ ਯਾਦ ਕਰਦੇ ਸੀ, ਹੱਲਿਆਂ ਦਾ ਵੇਲਾ, ਹੱਲਾ ਕਹਿੰਦੇ ਉਦੋਂ, ਹੱਲਾ, ਰੌਲੇ ਪੈ ਗਏ, ਰੌਲੇ ਵਾਲਾ ਸਾਲ, ਹੱਲੇ ਦਾ ਸਾਲ, ਰੌਲੇ ਵਾਲਾ, ਵੱਡੇ ਰੌਲੇ ਪੈ ਗਏ ਹੈ, ਜਦੋਂ ਵੱਢ ਟੁੱਕ ਹੋਈ, ਜਾਂ ਜਦੋਂ ਵੰਡਿਆ ਗਿਆ ਹੈ, ਆਹੀ ਸ਼ਬਦ ਸੁਣਦੇ ਹੁੰਦੇ ਸੀ। ਮੈਂ ਇੱਕ ਵਾਰ ਕਈ ਸ਼ਬਦ ਇਕੱਠੇ ਕੀਤੇ ਸੀ, 20-25 ਸ਼ਬਦ ਬਣਦੇ ਸੀਗੇ, ਇਹ ਸਾਰੇ ਮਾਤਮ ਵਾਲੇ ਸ਼ਬਦ ਹੈਗੇ ਸੀ। ਮਤਲਬ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਸੈਲੀਬ੍ਰੇਸ਼ਨ ਦੀ ਭਾਵਨਾ, ਕੋਈ ਖੁਸ਼ੀ ਵਾਲੀ ਭਾਵਨਾ ਨਹੀਂ, ਭਾਵੇਂ ਕਿ ਉਸ ਸਮੇਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਿਆ ਸੀਗਾ, ਤੇ ਆਪਣੇ ਪਵਿੱਤਰ ਧਰਮਾਂ ਦਾ ਨਾਮ ਲੈ ਕੇ ਮਾਰਿਆ ਸੀਗਾ, ਤੇ ਪਰ ਉਹਦੀ ਜਿਹੜੀ ਚੀਜ਼ ਹੈ, ਉਹ ਚੀਜ਼ ਜਿਹੜੀ ਉਹਨਾਂ ਨੇ ਕਦੇ ਵੀ ਇਹਨੂੰ ਸੈਲੀਬ੍ਰੇਸ਼ਨ ਦੇ ਤੌਰ ਤੇ ਨਹੀਂ ਕੀਤੀ ਹੈਗੀ। ਮਤਲਬ ਉਹਨਾਂ ਨੂੰ ਪਛਤਾਵਾ ਵੀ ਹੋਇਆ ਹੋਏਗਾ ਵੀ ਅਸੀਂ ਆਪਣਿਆਂ ਨੂੰ ਕਿਸੇ ਮਗਰ ਲੱਗ ਕੇ ਕਿਉਂ ਵੱਢਿਆ ਹੈਗਾ, ਤੇ ਇਸੇ ਕਰਕੇ ਤੁਸੀਂ ਦੇਖੋ ਵੀ ਚੌਥੀ ਪੀੜ੍ਹੀ ਸਫ਼ਰ ਕਰ ਰਹੀ ਹੈ। ਚੌਥੀ ਪੀੜ੍ਹੀ ਅਜੇ ਵੀ, ਚੌਥੀ ਪੀੜ੍ਹੀ 'ਚ ਵੀ ਇੱਛਾ ਹੈਗੀ ਆ ਵੀ ਅਸੀਂ ਉਧਰਲੇ ਪਾਸੇ ਜਾਈਏ, ਤੇ ਉਹਨਾਂ ਵਾਲਿਆਂ ਦੇ ਵਿੱਚ ਇੱਧਰਲੇ ਪਾਸੇ ਆਉਣ ਦੀ ਹੈਗੀ ਹੈ, ਤੇ ਇਹਨਾਂ ਨਾਲ ਹੀ ਪੰਜਾਬ ਦਾ ਨੁਕਸਾਨ ਹੋਰ ਪਾਸਿਓਂ ਕਈ ਹੋਇਆ। ਦੇਖੋ, ਇੱਕ ਤਾਂ ਜੇ ਦੇਖਿਆ ਜਾਵੇ ਤਾਂ ਇੱਕ ਤਾਂ ਜਜ਼ਬਾਤੀ ਨੁਕਸਾਨ ਹੋਇਆ, ਜਿਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਹੈਗੇ ਆ, ਅਸੀਂ ਗੱਲ ਕਰਦੇ ਵੀ ਜਜ਼ਬਾਤੀ ਹੋ ਜਾਂਦੇ ਹਾਂ। ਦੂਸਰਾ ਸਾਡਾ ਨੁਕਸਾਨ ਹੋਇਆ, ਸਾਡਾ ਸੱਭਿਆਚਾਰਕ ਤੌਰ ਦੇ ਉੱਤੇ ਹੋ ਗਿਆ, ਕਿਉਂਕਿ ਸਾਡਾ ਕਲਚਰਲ ਕੇਂਦਰ ਸੀ ਲਾਹੌਰ, ਬਿਲਕੁਲ ਲਾਹੌਰ ਸਾਡੇ ਕੋਲੋਂ ਚਲਿਆ ਗਿਆ, ਤੇ ਨਨਕਾਣਾ ਦੂਰ ਹੋ ਗਿਆ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਡਾ ਧਾਰਮਿਕ ਹੋ ਗਿਆ, ਹੈ ਨਾ। ਇਸ ਤੋਂ ਬਿਨਾਂ ਪੋਲੀਟੀਕਲ ਕੀ ਹੋਇਆ, ਮੈਂ ਕਈ ਵਾਰ ਮਹਿਸੂਸ ਕਰਦਾ ਵੀ ਉਧਰਲਾ ਪੰਜਾਬ ਆ ਜਿਹੜਾ 10-11 ਕਰੋੜ ਆਬਾਦੀ ਹੈ ਉਧਰਲੇ ਪੰਜਾਬ, ਤੇ ਆਪਣੇ ਵਾਲਾ ਪੰਜਾਬ ਹੋ ਗਿਆ ਤੇ 3.5 ਕਰੋੜ ਆਬਾਦੀ ਹੋ ਗਈ ਇੱਧਰਲੀ, ਹਿਮਾਚਲ ਹਰਿਆਣਾ ਹੋ ਗਿਆ। ਪੋਲੀਟੀਕਲ ਤੌਰ ਤੇ ਜੇ ਪੰਜਾਬ ਇਹ ਸਾਰਾ ਇਕੱਠਾ ਹੁੰਦਾ, ਇੰਡੀਆ ਦੀ ਬਹੁਤ ਵੱਡੀ ਤਾਕਤ ਹੋਣੀ ਸੀ ਇਹ ਪੰਜਾਬ, ਇਹਨੇ ਹਿੰਦੁਸਤਾਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦੇਣਾ ਸੀ। ਇੱਕ ਤਾਂ ਇਹ ਚੀਜ਼ ਹੈਗੀ ਆ। ਦੂਸਰੀ ਚੀਜ਼ ਹੈ ਕਿ ਜੇਕਰ ਇਹਨੂੰ ਪੂਰੇ ਇੰਡੀਆ ਦੇ ਪ੍ਰਸੰਗ 'ਚ ਵੀ ਦੇਖਿਆ ਜਾਵੇ, ਅੱਜ ਜਿਵੇਂ ਫਿਰਕਾ ਪ੍ਰਸਤੀ ਹੈ ਦਾ ਮਾਹੌਲ ਹੈ, ਤਾਂ ਜੇ ਸਾਰਾ ਭਾਰਤ ਨਾ ਵੰਡਿਆ ਜਾਂਦਾ, ਅੱਜ ਪਾਕਿਸਤਾਨ ਦੇ ਵਿੱਚ 22-23 ਕਰੋੜ ਮੁਸਲਮਾਨ ਹੈਗੇ ਨੇ, ਤੇ ਇੰਡੀਆ ਦੇ ਵਿੱਚ ਵੀ 20-21 ਕਰੋੜ ਮੁਸਲਮਾਨ ਹੈਗੇ ਨੇ, ਠੀਕ ਹੈ, ਤੇ ਬੰਗਲਾਦੇਸ਼ ਵਿੱਚ ਵੀ 17 ਕਰੋੜ ਮੁਸਲਮਾਨ ਨੇ, ਤੇ ਇਹ ਜਿਹੜਾ ਅਨੁਪਾਤ ਹੈ, ਇਹ
ਭਾਰਤ ਦੀ ਜਿਹੜੀ ਬਹੁ ਗਿਣਤੀ ਹਿੰਦੂ ਆਬਾਦੀ ਉਹਦੇ ਬਰਾਬਰ ਲਗਭਗ ਹੋ ਜਾਣਾ ਸੀਗਾ। ਜੀ। ਤੇ ਜਦੋਂ ਇਹ ਬਰਾਬਰ ਹੋ ਜਾਣਾ ਸੀ, ਉਹ ਤਾਕਤ ਵੀ ਇੱਕ ਬਰਾਬਰ ਦੀ ਤਾਕਤ ਹੋਣੀ ਸੀਗੀ। ਤੇ ਕਦੇ ਵੀ ਆਰਐਸਐਸ ਵਰਗੀ ਤਾਕਤ ਨੇ ਕਦੇ ਭਾਰਤ ਵਿੱਚ ਹਿੰਮਤ ਨਹੀਂ ਕਰਨੀ ਸੀ ਪੈਦਾ ਹੋਣ ਦੀ, ਹੈ ਕਿਉਂਕਿ ਜਿਹੜੀ ਪੋਲਰਾਈਜੇਸ਼ਨ ਆਈ ਹੁੰਦੀ ਹੈ ਨਾ, ਵੀ ਤੁਸੀਂ ਇੱਕ ਛੋਟੇ ਤਬਕੇ ਨੂੰ ਦਬਾਉਣਾ ਹੁੰਦਾ ਤੇ ਉਹ ਛੋਟਾ ਕਦੀ ਵੋਟ ਘੱਟ ਹੁੰਦੀ ਹੈ ਤੇ ਵੱਡੇ ਨੂੰ ਡਰਾਉਣਾ ਹੁੰਦਾ। ਉਦੋਂ ਫਿਰ ਜਦੋਂ ਬਰਾਬਰ ਦੀ ਗਿਣਤੀ ਹੋਏਗੀ, ਉਦੋਂ ਤੁਸੀਂ ਫਿਰ ਧੋਬੀਕਰਨ ਨਹੀਂ ਕਰ ਸਕਦੇ ਹੈਗੇ। ਹੈ ਇਹ ਇੱਕ ਪੋਲੀਟੀਕਲ ਨੁਕਸਾਨ ਹੋ ਗਿਆ, ਤੇ ਉਹ ਸਾਰੇ ਭਾਰਤ ਦਾ ਹੋਇਆ, ਜਿਹੜੇ ਕਿ ਭਾਰਤੀਆਂ ਨੂੰ ਮਹਿਸੂਸ ਨਹੀਂ ਹੋ ਰਿਹਾ, ਲੇਕਿਨ ਪੰਜਾਬੀਆਂ ਨੂੰ ਮਹਿਸੂਸ ਹੋ ਰਿਹਾ ਹੈਗਾ। ਤੇ ਪੰਜਾਬੀਆਂ ਦਾ ਸੀ ਕਿ ਪੰਜਾਬ ਨੇ ਇੱਕ ਵੱਡਾ ਕੇਂਦਰ ਹੋਣਾ ਸੀ। ਅੱਛਾ, ਦੂਜਾ ਫਿਰ ਨੁਕਸਾਨ ਸਾਡੀ ਪੰਜਾਬੀ ਜ਼ੁਬਾਨ ਦਾ ਹੋਇਆ। ਸਾਡੀ ਜ਼ੁਬਾਨ ਜਿਹੜੀ ਹੈਗੀ ਆ, ਉਹਦੇ ਵਿੱਚ ਜਦੋਂ 47 ਤੋਂ ਬਾਅਦ ਉਧਰਲੇ ਪਾਸੇ ਤਾਂ ਉਰਦੂ ਤੇ ਫਾਰਸੀ ਨੇ ਦੱਬ ਲਿਆ ਕੰਮ, ਤੇ ਉਧਰਲੇ ਪੰਜਾਬੀਆਂ ਨੇ ਅਜੇ ਵੀ ਉੱਥੇ ਪੰਜਾਬੀ ਨੂੰ ਕੋਈ ਮਾਨਤਾ ਨਹੀਂ ਮਿਲੀ ਹੋਈ। ਤੇ ਸਾਡੇ ਵਾਲੇ ਪਾਸੇ ਜਿਹੜਾ ਹੈਗਾ ਹਿੰਦੀ ਸੰਸਕ੍ਰਿਤ ਨੇ ਮੰਨ ਲਿਆ। ਠੀਕ ਹੈ ਜੀ। ਤੇ ਜੇ ਪੰਜਾਬ ਇਕੱਠਾ ਹੁੰਦਾ, ਇੱਕ ਲਾਹੌਰ ਇੱਕ ਵੱਡਾ ਕੇਂਦਰ ਸੀ ਪੰਜਾਬੀ ਜ਼ੁਬਾਨ ਦਾ, ਇਹਨੇ ਹੋਰ ਵਿਕਸਿਤ ਹੋਣਾ ਸੀ। ਇਹਦੇ ਲਈ ਬਹੁਤ ਸਾਰੇ ਰਾਹ ਖੁੱਲਣੇ ਸੀਗੇ। ਇੱਕ ਜਿਹੜੀ ਸਾਂਝੀ ਪੰਜਾਬੀ ਦਾ ਕਨਸੈਪਟ ਹੈ, ਉਹ ਉਭਰਨਾ ਸੀ, ਜਿਹੜਾ ਕਿ ਨਹੀਂ ਉਭਰ ਸਕਿਆ। ਜਿਹੜੇ ਕਿ ਬੰਗਾਲੀਆਂ ਨੇ ਉਭਾਰਿਆ ਹੈਗਾ, ਬੰਗਾਲੀ ਉਭਾਰਨ ਵਿੱਚ ਕਾਮਯਾਬ ਹੋਏ ਨੇ, ਤੇ ਇਹ ਨੁਕਸਾਨ ਹੋਇਆ। ਹੁਣ ਵੱਡੀ ਚੀਜ਼ ਜਿਹੜੀ ਹੈ ਕਿ ਜਿਹੜੇ ਸਭ ਤੋਂ ਅੱਜ ਨਰਿੰਦਰ ਮੋਦੀ ਹੁਣੇ ਉਸ ਦਿਨ ਨੂੰ ਯਾਦ ਕਰ ਰਹੇ ਨੇ ਆਪਣੇ ਤੌਰ ਤੇ, ਜੀ 47 ਦਾ ਜੀ ਦਿਨ ਅਸੀਂ ਯਾਦ ਕਰ ਰਹੇ, ਪਰ ਉਹਨਾਂ ਨੂੰ ਯਾਦ ਕਰਨ ਚ ਉਹਨਾਂ ਦੀ ਬੇਈਮਾਨੀ ਹੈ। ਉਹ ਬੇਈਮਾਨੀ ਕੀ ਹੈ? ਉਹ ਤੁਹਾਡੇ ਤੇ ਮੇਰੇ ਵਾਂਗੂ ਨਹੀਂ ਯਾਦ ਕਰ ਰਹੇ ਹੈਗੇ। ਉਹ ਯਾਦ ਕਰ ਰਹੇ ਹੈਗੇ ਨੇ ਵੀ ਮੁਸਲਿਮ ਲੀਗ ਨੂੰ ਗਾਲਾਂ ਕੱਢਣ ਲਈ, ਜਿਨਾਹ ਨੂੰ ਗਾਲਾਂ ਕੱਢਣ ਲਈ, ਪਾਕਿਸਤਾਨ ਨੂੰ ਗਾਲਾਂ ਕੱਢਣ ਲਈ। ਜੇ ਇਮਾਨਦਾਰ ਤਾਂ ਦੱਸੋ ਵੀ ਪਾਕਿਸਤਾਨ 2 ਨੇਸ਼ਨ ਥਿਊਰੀ ਤੇ ਬਣਿਆ ਸੀ। 2 ਨੇਸ਼ਨ ਥਿਊਰੀ ਜਿਨਾਹ ਦੇ ਨਾਲ ਕੀ, ਜਿਨਾਹ ਤੋਂ ਵੀ ਪਹਿਲਾਂ ਵਿਨਾਇਕ ਦੋਬੋ ਸਾਵਰਕਰ ਨੇ ਨਹੀਂ ਦਿੱਤੀ ਸੀਗੀ, ਕਿਉਂਕਿ ਜਿਨਾਹ ਨੇ ਤਾਂ ਬਾਅਦ ਦਿੱਤੀ ਹੈ ਨਾ, ਪਹਿਲਾਂ ਤਾਂ ਸਾਵਰਕਰ ਨੇ ਦਿੱਤੀ ਹੈ। ਬਿਲਕੁਲ। ਫਿਰ ਗੋਲਵਲਕਰ ਨੇ ਉਹਨੂੰ ਫੋਲੋ ਕੀਤਾ। ਜੇ ਤੁਸੀਂ ਸੱਚੇ ਮੁੱਚੇ ਦਿਲੋਂ ਵੰਡ ਨੂੰ ਯਾਦ ਕਰਦੇ, ਤੁਸੀਂ ਮਾਫੀ ਮੰਗੋ ਕਿ ਹਾਂ, ਇਹ ਵੰਡ ਵਿੱਚ ਸਾਡਾ ਯੋਗਦਾਨ ਰਿਹਾ। ਜਦੋਂ ਫਿਰ ਵੱਡ ਟੁੱਕ ਹੋਈ, ਵੱਡ ਟੁੱਕ ਵਿੱਚ ਵੀ ਇਹੀ ਵਿਸ਼ਵ ਹਿੰਦੂ ਪਰਿਸ਼ਦ, ਇਹੀ ਹਿੰਦੂ ਮਹਾਸਭਾ, ਇਹੀ ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ, ਇਹਨਾਂ ਨੇ ਵੱਡ ਟੁੱਕ 'ਚ ਯੋਗਦਾਨ ਪਾਇਆ ਹੈਗਾ। ਤੇ ਸਭ ਤੋਂ ਵੱਡੀ ਗੱਲ, ਪੰਜਾਬੀ ਦੋਵੇਂ ਪਾਸੇ ਦੇ ਪੰਜਾਬੀਆਂ ਦੀ ਭਾਵਨਾ ਨੂੰ ਦੇਖਦੇ ਹੋਏ, ਕਿ ਇਹ ਨਹੀਂ ਹੋਣਾ ਚਾਹੀਦਾ ਵੀ ਇੰਨੇ ਸਾਲ ਹੋ ਗਏ, 76 ਸਾਲ ਹੋ ਗਏ, ਦੋਵੇਂ ਪੰਜਾਬਾਂ ਦੀਆਂ ਅਸੈਂਬਲੀਆਂ ਦੇ ਵਿੱਚ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਪਾਕਿਸਤਾਨ ਦੀ ਜਿਹੜੀ ਪੰਜਾਬ ਅਸੈਂਬਲੀ ਵਿੱਚ, ਤੇ ਸਾਡੇ ਦੋਵੇਂ ਮੁਲਕਾਂ ਦੀਆਂ ਸੰਸਦਾਂ ਦੇ ਵਿੱਚ, ਪਾਕਿਸਤਾਨ ਦੀ ਕੌਮੀ ਅਸੈਂਬਲੀ ਬੋਲਦੇ ਨੇ, ਸਾਡੇ ਜਿਹੜੀ ਹੈਗੀ ਸੰਸਦ ਬੋਲਦੇ ਆ। ਇਹਦੇ ਵਿੱਚ ਇੱਕ ਮਾਫੀਨਾਮਾ ਪੇਸ਼ ਕੀਤਾ ਜਾਵੇ। ਇਹਦੇ ਵਿੱਚ ਉਹਨਾਂ ਤੋਂ ਮਾਫੀ ਮੰਗੋ, ਜਿਨ੍ਹਾਂ ਜਿਹੜੇ ਵਿਛੜ ਗਏ, ਮਾਫੀ ਮੰਗੋ ਜਿਨ੍ਹਾਂ ਦੇ ਪੁੱਤ, ਉਹਨਾਂ ਦੀਆਂ ਪੱਤਾਂ ਲੁੱਟੀਆਂ, ਮਾਫੀ ਮੰਗੋ ਜਿਨ੍ਹਾਂ ਦੀਆਂ ਟੋਟੇ ਕਰਕੇ ਜਿਹੜੇ ਕੀ ਕਹਿੰਦੇ ਆ, ਕਿਤੇ ਲਾਸ਼ ਇੱਧਰ ਤੇ ਕੋਈ ਉੱਧਰ। ਅਸੀਂ ਮੌਜੂਦਾ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਤੋਂ ਬਹੁਤੀ ਆਸ ਨਹੀਂ ਰੱਖ ਸਕਦੇ ਗੱਲ ਦੀ, ਪਰ ਅਸੀਂ ਪੰਜਾਬ ਦੀ ਸਰਕਾਰ ਤੋਂ ਤਾਂ ਮੰਗ ਕਰ ਸਕਦੇ ਹਾਂ। ਮਤਲਬ ਅਸੀਂ ਪੰਜਾਬੀ ਤਾਂ ਦਬਾਅ ਪਾ ਸਕਦੇ ਹਾਂ, ਦੋਵੇਂ ਪਾਸੇ ਦੇ ਪੰਜਾਬੀ, ਵੀ ਅਸੀਂ ਆਪੋ ਆਪਣੀ ਵਿਧਾਨ ਸਭਾ 'ਚ ਮਤੇ ਪਾਸ ਕਰਾਈਏ ਕਿ ਅਸੀਂ ਇਸ ਗੱਲ ਲਈ ਪਛਤਾਤਾਪ ਕਰਦੇ ਹਾਂ ਪੰਜਾਬੀ, ਜਿਨ੍ਹਾਂ ਨੇ 47 ਦੇ ਵਿੱਚ ਫਿਰਕੂ ਨੇਰੀ ਦੇ ਵਿੱਚ ਆ ਕੇ ਅਸੀਂ ਆਪਣੇ ਭੈਣ ਭਰਾਵਾਂ ਨਾਲ ਬਲਾਤਕਾਰ ਕੀਤੇ, ਅਸੀਂ ਆਪਣੇ ਭੈਣ ਭਰਾਵਾਂ ਦਾ ਗਲੇ ਵੱਢੇ, ਅਸੀਂ ਉਹਨਾਂ ਨੂੰ ਜਿਹੜਾ ਸਾੜਿਆ ਫੂਕਿਆ, ਅਸੀਂ ਆਪਣਿਆਂ ਦੀ ਪੱਤ ਲੁੱਟੀ। ਕੀ ਇਸ ਦਾ ਅਸੀਂ ਪਛਤਾਤਾਪ ਨਹੀਂ ਕਰ ਸਕਦੇ ਹੈਗੇ? ਜੇ ਨਹੀਂ ਕਰਾਂਗੇ ਤਾਂ ਇਤਿਹਾਸ ਸਾਨੂੰ ਕਦੇ ਮਾਫ ਨਹੀਂ ਕਰੇਗਾ। ਪਹਿਲੀ ਗੱਲ ਇਹ ਹੈਗੀ ਆ, ਜੇ ਪਛਤਾਤਾਪ ਨਹੀਂ ਕਰਾਂਗੇ, ਫਿਰ ਅਸੀਂ ਦੁਬਾਰੇ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਨਹੀਂ ਰੋਕ ਸਕਦੇ। ਜਦੋਂ ਬੰਦਾ ਪਛਤਾਤਾਪ ਕਰਦਾ ਨਾ, ਉਹਦਾ ਮਨ ਪਸੀਜਿਆ ਜਾਂਦਾ ਹੈਗਾ, ਉਹ ਬੰਦਾ ਜਿਹੜਾ ਹੈਗਾ ਪਛਤਾਤਾਪ ਕਰਨ ਵਾਲੇ ਵਿੱਚ ਇਨਸਾਨੀ ਗੁਣ ਜਾਗ ਪੈਂਦੇ ਹੈਗੇ, ਤੇ ਉਹ ਸ਼ਾਇਦ ਸੋਚੇਗਾ ਵੀ ਅੱਗੇ ਤੋਂ ਵੀ, ਜੇਕਰ ਇੱਕ ਪੰਜਾਬ ਦੀ ਵੰਡ ਹੋਰ ਤਕਸੀਮ ਹੋਈ ਤਾਂ ਉਹ ਸੋਚੇਗਾ ਕਿ ਨਹੀਂ, ਮੈਂ ਏਡਾ ਵੱਡਾ ਗੁਨਾਹ ਨਹੀਂ ਕਰਾਂਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਹੋਰ ਯਾਦਗਾਰਾਂ ਤਾਂ ਬਹੁਤ ਬਣਾਈਆਂ, ਵੀ ਆ ਯਾਦਗਾਰ ਸ਼ਹੀਦਾਂ ਬਣ ਗਈ, ਹੋਰ ਬਣ ਗਿਆ, ਇਹ ਤਾਂ ਚੰਗੀ ਗੱਲਾਂ ਬਣਨੀਆਂ ਚਾਹੀਦੀਆਂ, ਬਣਾ ਲਓ, ਪਰ ਕੀ ਕਦੇ ਕੋਈ 47 ਦੀ ਇਹੋ ਜਿਹੀ ਯਾਦਗਾਰ ਬਣੇਗੀ ਜਿਹੜੀ ਕਿ ਸਾਨੂੰ ਵਾਰ-ਵਾਰ ਚੇਤੇ ਕਰਾਉਂਦੀ ਰਹੇ? ਇੱਕ ਛੋਟੀ ਜਿਹੀ ਯਾਦਗਾਰ ਬਣਾਈ ਸੀ ਕੁਝ ਪੰਜਾਬ ਦੇ ਇੰਟੈਲੈਕਚੁਅਲਾਂ ਨੇ, ਜਿਹੜਾ 1990 ਦੇ ਅਖੀਰ ਦੇ ਵਿੱਚ, ਉਹ ਜਾ ਕੇ ਪਿਛਲੇ ਤੋਂ ਪਿਛਲੇ ਸਾਲ ਜਿਹੜੀ ਹੈਗੀ ਆ ਸਾਡੇ ਜਿਹੜੀ BSF ਦੇ ਜਵਾਨਾਂ ਨੇ ਤੋੜ ਦਿੱਤੀ, ਤੇ ਦੁਬਾਰੇ ਉਹ ਮੈਂ ਉਹਦੀ ਸਟੋਰੀ ਕੀਤੀ ਸੀ ਨਿਊਜ਼ ਕਲਿੱਕ ਦੇ ਵਿੱਚ, ਉਹ ਕਹਿੰਦੇ ਅਸੀਂ ਦੁਬਾਰੇ ਉਹੋ ਜਿਹੀ ਬਣਾਵਾਂਗੇ। ਪਰ ਸਵਾਲ ਇਹ ਹੈਗਾ ਕਿ ਉਹ ਇਸ ਲਈ ਤੋੜੀ, ਉਹ ਆਪਣੇ ਲੌਜਿਕ ਦਿੰਦੇ ਕਿ ਸਾਡੀ ਆ ਇੰਨੀ ਕੁ ਜ਼ਮੀਨ ਦੇ ਵਿੱਚ ਜੀ ਸਾਨੂੰ ਜਿਹੜਾ ਥੋੜਾ ਜਿਹਾ ਚਾਹੀਦਾ ਸੀ, ਤੇ ਇਸ ਕਰਕੇ ਸਾਨੂੰ ਉਹ ਜਿਹੜੀ ਤੋੜੀ ਵੀ ਨਾ ਬਿਨਾਂ ਦੱਸੇ ਤੋੜੀ, ਮਤਲਬ ਬਿਨਾਂ ਦੱਸੇ ਕਿਵੇਂ ਤੋੜ ਦਿੱਤੀ ਉਹਨਾਂ ਨੇ? ਕੰਨੋਂ ਕੰਨ ਖਬਰ ਨਹੀਂ ਹੋਣ ਦਿੱਤੀ, ਕਿਉਂਕਿ ਆਹ 14-15 ਦੀ ਦਰਮਿਆਨੀ ਰਾਤ ਨੂੰ ਨਾ ਮੋਮਬੱਤੀਆਂ ਲਾਉਣ ਜਾਂਦੇ ਹੁੰਦੇ ਨੇ ਦੋਵੇਂ ਪਾਸੇ ਦੇ ਲੋਕ। ਉਹਨਾਂ ਦਿਨਾਂ ਦੇ ਵਿੱਚ ਜਦੋਂ ਮੋਮਬੱਤੀਆਂ ਲਾਉਣਗੇ, ਉਹਨਾਂ ਨੂੰ ਉਦੋਂ ਪਤਾ ਲੱਗ ਗਿਆ ਵੀ ਆ ਤਾਂ ਯਾਰ ਇਹ ਤਾਂ ਕੰਮ ਗਲਤ ਹੋ ਗਿਆ। ਫਿਰ ਇਹ
ਕਿ ਅਸੀਂ ਉਹੋ ਜਿਹੀ ਤੁਹਾਨੂੰ ਯਾਦਗਾਰ ਬਣਾ ਦਿਆਂਗੇ, ਪਰ ਮੈਂ ਤੁਹਾਨੂੰ ਯਾਦ ਕਰਾਉਣਾ ਵੀ ਉਹ ਜਿਹੜੀ ਯਾਦਗਾਰ ਸੀਗੀ ਦਾਨਿਆਲੀ ਸਾਹਿਬ, ਉਹ ਐਂ ਨਹੀਂ ਬਣੀ ਸੀਗੀ। ਉਹ ਬਣੀ ਸੀ ਬੜੇ ਮਿਹਨਤ ਦੇ ਨਾਲ। ਉਹ ਇਸ ਤਰ੍ਹਾਂ ਬਣੀ ਸੀ ਕਿ ਜਦੋਂ 47 ਦੇ ਵਿੱਚ ਇਹ 1996 ਦੇ ਵਿੱਚ ਦੀ ਗੱਲ ਸੀਗੀ, ਦੋਹਾਂ ਪਾਸੇ ਦੇ ਜਿਹੜੇ ਸੱਭਿਆਚਾਰਕ ਕਰਮੀ ਸੀਗੇ, ਇਹਨਾਂ ਨੇ ਮਤਲਬ ਨਾ ਨੌਜਵਾਨਾਂ ਨੇ ਕੋਈ ਇਕੱਠੇ ਹੋ ਕੇ, ਸਾਹਿਤਕਾਰਾਂ ਨੇ ਮਿਲ ਕੇ ਇੱਕ ਪ੍ਰੋਜੈਕਟ ਬਣਾਇਆ। ਇਹਦੇ ਵਿੱਚ ਕੇਂਦਰ ਸਰਕਾਰ ਨੂੰ ਭੇਜਿਆ ਸੀਗਾ, ਜਿਹਨੂੰ ਮਨਜ਼ੂਰੀ ਮਿਲ ਗਈ। ਫਿਰ ਵਾਹਗਾ ਬਾਰਡਰ ਦੇ ਉੱਤੇ ਇਹਨੂੰ ਇੱਕ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇੱਕ ਸਮਾਰਕ ਬਣਾਇਆ। ਸਮਾਰਕ ਉੱਤੇ ਜਿਹੜਾ ਹੈਗਾ ਅੰਮ੍ਰਿਤਾ ਪ੍ਰੀਤਮ ਦੇ ਵਿਭਾਜਨ ਬਾਰੇ ਮਸ਼ਹੂਰ ਕਵਿਤਾ ਅੱਜ ਆਖਾਂ ਬਾਰਿਸ਼ਾਂ ਨੂੰ ਲਿਖੀ ਹੋਈ ਹੈ। ਦੂਜੇ ਪਾਸੇ ਫੈਜ਼ ਅਹਿਮਦ ਫੈਜ਼ ਦੀ ਬਟਵਾਰੇ ਬਾਰੇ ਜਿਹੜੀ ਨਜ਼ਮ ਆ ਉਹ ਲਿਖੀ ਹੋਈ ਹੈ ਜੀ। ਤੇ 15 ਅਗਸਤ ਵਾਲੇ ਦਿਨ ਜਿਹੜਾ ਹੈਗਾ, ਇਹ ਜਿਹੜੀ ਇਹਦਾ ਜਦੋਂ ਨਵੀਨੀਕਰਨ ਉਦੋਂ ਕੀਤਾ ਗਿਆ, 2020 ਦੀ ਗੱਲ ਕਰ ਰਿਹਾ ਮੈਂ, ਕਿਉਂਕਿ ਇਹ ਨਵੀਨੀਕਰਨ ਦੇ ਨਾਂ ਤੇ ਕੀਤਾ ਗਿਆ ਸੀਗਾ। ਉਦੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਜਿਹਨੂੰ ਆਪਾਂ NHAI ਕਹਿੰਦੇ ਆ, ਨੈਸ਼ਨਲ ਹਾਈਵੇ, ਉਹਨੇ ਕੀ ਕੀਤਾ ਕਿ ਕਿਹਾ ਕਿ ਜੀ ਅਸੀਂ ਜਿਹੜਾ ਨਵੀਨੀਕਰਨ ਕਰਨ ਲੱਗੇ ਆ, ਇਸ ਕਰਕੇ ਉਹਨੂੰ ਤੋੜ ਦਿੰਦੇ ਆ। ਉਹਦੇ ਵਿੱਚ ਇੱਕ ਉਹਦੀ ਨਾ ਜੇ ਸ਼ਕਲ ਇੱਕ ਸਮਾਰਕ ਬਣਿਆ ਹੋਇਆ ਸੀਗਾ, ਇੱਕ ਉਹਦੇ ਤੇ ਖੱਤ ਜਿਹਾ ਸੀਗਾ, ਉਹ ਇੱਕ ਸਿੰਬਲ ਸੀਗਾ, ਤੇ ਉਹ ਐਂ ਨਹੀਂ ਬਣਿਆ ਸੀਗਾ। ਉਹ ਕੀ ਕੀਤਾ, ਦੋਵੇਂ ਪਾਸਿਆਂ ਦੇ ਪੰਜਾਬੀਆਂ ਨੇ ਨਾ ਆਪਣੇ ਪੰਜੇ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਉਹ ਲਿਆਂਦਾ ਸੀਗਾ, ਉਹਦੇ ਵਿੱਚ ਪਾਇਆ ਸੀ। ਇਹ ਇੱਕ ਸਿੰਬੋਲਿਕ ਸੀਗਾ, ਮਤਲਬ ਵੀ ਅਸੀਂ ਇਹ ਜਿਹੜੀ ਯਾਦ ਬਣਾਉਣੀ ਆ। ਤੇ ਇਹਨੂੰ ਜਦੋਂ ਬਣਾਉਣ ਵੇਲੇ ਜਿਹੜੇ 96 ਦਾ ਸਮਾਰਕ ਸੀ, ਇਹ ਨੌਜਵਾਨਾਂ ਨੇ ਦੋਵਾਂ ਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨੌਜਵਾਨਾਂ ਨੇ ਦੀ ਦੋਸਤੀ ਦਾ ਪ੍ਰਤੀਕ ਸੀਗਾ। ਉਦੋਂ ਕੀ ਹੋਇਆ ਕਿ 14-15 ਦੀ ਦਰਮਿਆਨੀ ਰਾਤ ਨੂੰ ਇਹ ਮੋਮਬੱਤੀਆਂ ਦਾ ਸਿਲਸਿਲਾ ਵੀ ਇੱਥੇ ਸ਼ੁਰੂ ਹੋਇਆ। ਰਾਜਾ ਪੋਰਸ ਮੇਲਾ ਵੀ ਲੱਗਦਾ ਰਿਹਾ, ਕਿਉਂਕਿ ਪੋਰਸ ਨੂੰ ਪੰਜਾਬੀਆਂ ਦਾ ਇੱਕ ਆਈਕਨ ਮੰਨ ਕੇ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ। ਦੋਵੇਂ ਪਾਸੇ ਦੇ ਲੋਕਾਂ ਨੇ ਕਾਫੀ ਲੰਮਾ ਸਮਾਂ ਇੱਥੇ ਚੱਲਦੇ ਰਹੇ, ਵੱਡੇ ਵੱਡੇ ਲੋਕ ਆਉਂਦੇ ਰਹੇ। ਇਹਦੇ ਵਿੱਚ ਵੱਡੇ ਵੱਡੇ ਸਾਹਿਤਕਾਰਾਂ ਨੇ ਇਹਦਾ ਉਦਘਾਟਨ ਵਿੱਚ ਸ਼ਾਮਲ ਹੋਏ, ਜਿਵੇਂ ਉਦਾਹਰਨ ਦੇ ਤੌਰ ਤੇ ਭਗਤ ਸਿੰਘ ਬਿਲਗਾ ਸੀ, ਬਾਬਾ ਸੁਤੰਤਰਤਾ ਸੈਲਾਨੀ। ਉਸ ਸਮੇਂ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਰਭਜਨ ਸਿੰਘ ਹਲਵਾਰ ਵੀ ਸੀਗੇ। ਪ੍ਰੀਤ ਲੜੀ ਜਿਹੜੀ ਮੈਗਜ਼ੀਨ ਆ, ਉਹਦੀ ਉਸ ਐਡੀਟਰ ਇਸ ਸਮੇਂ ਵੀ ਹੈਗੀ ਪੂਨਮ ਜੀ। ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਾ ਜਗਦੇਵ ਸਿੰਘ ਜੱਸੋਵਾਲ ਸੀਗਾ। ਚਿਰਾਗ ਮੈਗਜ਼ੀਨ ਦੇ ਹਰਭਜਨ ਹੁੰਦਲ, ਜਿਨ੍ਹਾਂ ਦੀ ਹੁਣੀ ਡੈਥ ਹੋਈ ਆ। ਐਡੇ ਲੋਕਾਂ ਨੇ ਇਕੱਠੇ ਹੋ ਕੇ ਮਤਲਬ ਇਹਦੇ ਵਿੱਚ ਨਾ ਆਪਣਾ ਯੋਗਦਾਨ ਪਾਇਆ ਸੀਗਾ, ਤੇ ਇਹਨੂੰ ਮਤਲਬ ਯਾਦਗਾਰ ਤੋੜ ਦਿੱਤੀ ਗਈ। ਤੇ ਹੁਣ ਸਵਾਲ ਇਹ ਸੀਗਾ ਕਿ ਇਹਨਾਂ ਨੇ ਕਿਹਾ ਕਿ ਦੁਬਾਰੇ ਬਣਾ ਦਿੱਤੀ। ਹੁਣ ਮੈਂ ਨਹੀਂ ਦੇਖਣ ਗਿਆ ਉਦੋਂ ਬਾਅਦ ਕਿਹੋ ਜਿਹੀ ਬਣੀ, ਪਰ ਉਹਨਾਂ ਦਿਨਾਂ 'ਚ ਮੈਂ ਜਦੋਂ ਸਟੋਰੀ ਕੀਤੀ ਸੀ ਤਾਂ ਮੈਂ ਡਾਕਟਰ ਆਪਣਾ ਸਵਰਾਜ ਵੀਰ ਉਹਨਾਂ ਦਾ ਕੋਟ ਲਿਆ ਸੀਗਾ, ਜਿਹੜੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੇ। ਉਹਨਾਂ ਨੇ ਬੜੀ ਵਧੀਆ ਗੱਲ ਕੀਤੀ, ਕਹਿੰਦੇ ਸਵਾਲ ਹੈ ਕਿ ਜੇ ਬਣਾ ਵੀ ਦਵੋਗੇ ਤਾਂ ਪਹਿਲਾਂ ਵਾਲਾ ਸਵਾਦ ਥੋੜ੍ਹਾ ਹੋਇਆ ਹੋਊਗਾ ਉਹਦੇ ਵਿੱਚ। ਜਿਹੜੀ ਭਾਵਨਾ ਨਾਲ ਪਹਿਲਾਂ ਬਣਾਈ ਗਈ ਸੀਗੀ, ਮਤਲਬ ਇਕੱਠੇ ਹੋ ਕੇ, ਉਹ ਭਾਵਨਾ ਤਾਂ ਤੁਸੀਂ ਖਤਮ ਕਰ ਦਿੱਤੀ। ਜਿਹੜੀ ਹੁਣ ਉਹ ਨਾਂ ਦੀ ਜਗ੍ਹਾ ਸਮਾਰਕ ਬਣਾਓਗੇ ਤੁਸੀਂ, ਉਹ ਭਾਵਨਾ ਨਹੀਂ ਹੋਏਗੀ ਉਹਦੇ ਵਿੱਚ। ਕਿਉਂਕਿ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਇਹੋ ਜਿਹੀਆਂ ਯਾਦਗਾਰਾਂ ਨੇ ਨਾ ਲੋਕਾਂ ਨੂੰ ਇਕੱਠੇ ਕਰਨ ਵਾਲੀਆਂ, ਇਹਨੂੰ ਖਤਮ ਕੀਤਾ ਜਾਵੇ। ਸੋ ਮੈਨੂੰ ਇਹ ਲੱਗਦਾ ਕਿ ਇਹ ਤਾਂ ਚਲੋ ਲੋਕਾਂ ਨੇ ਆਪਣਾ ਨਿੱਜੀ ਐਫਰਟ ਕਰਕੇ ਬਣਾਈ ਸੀਗੀ ਇੱਕ ਛੋਟੀ ਜਿਹੀ ਯਾਦਗਾਰ, ਪਰ ਉਹਦੀ ਇੱਕ ਵੱਡੀ ਯਾਦਗਾਰ ਬਣਨੀ ਚਾਹੀਦੀ ਹੈ, ਜਿਹੜੀ ਕਿ ਯਾਦਗਾਰ ਸਾਨੂੰ ਇਹ ਚੇਤੇ ਕਰਾਉਂਦੀ ਰਹੇ ਕਿ ਕਦੋਂ 47 ਦੇ ਵਿੱਚ ਜਿਹੜੀ ਹਵਾਨੀਅਤ ਹੈ, ਇਨਸਾਨ ਜਿਹੜਾ ਹਵਾਨ ਬਣਿਆ ਸੀ, ਉਸ ਹਵਾਨੀਅਤ ਨੇ ਸਾਡਾ ਕਿੱਡਾ ਨੁਕਸਾਨ ਕੀਤਾ, ਤੇ ਜਿਹਨੇ ਕਿ ਸਾਡੇ ਕੋਲੋਂ ਇੱਕ ਜਿਹੜਾ ਪੰਜਾਬੀਅਤ ਦਾ ਕਨਸੈਪਟ ਹੈ, ਜਿਹੜਾ ਪੰਜਾਬੀਅਤ ਹੈ, ਉਹਨੂੰ ਚਕਨਾਚੂਰ ਕੀਤਾ। ਉਹ ਇੱਕ ਬਹੁਤ ਵੱਡਾ, ਜੇ ਇਹਨੂੰ ਕੋਈ ਸਮਝੇ ਤਾਂ ਇੱਕ ਬਹੁਤ ਵੱਡਾ ਸੱਭਿਆਚਾਰਕ, ਇੱਕ ਬਹੁਤ ਵੱਡਾ ਜਿਹੜਾ ਸਕਾਫਤੀ ਸਾਡਾ ਜਿਹੜਾ ਨੁਕਸਾਨ ਹੋਇਆ ਸੀ, ਜਿਹਦੀ ਅਸੀਂ ਪੰਜਾਬੀ ਕਦੇ ਵੀ ਭਰਪਾਈ ਸ਼ਾਇਦ ਨਹੀਂ ਕਰ ਸਕੇ। ਵੈਸੇ ਤੁਹਾਡੇ ਕੋਲੇ ਕੋਈ ਅੰਕੜੇ ਹੈਗੇ ਆ ਵੀ ਦੇਖੋ, ਮੈਂ ਜਦੋਂ 2002 ਤੋਂ ਲੈ ਕੇ 2003-04 ਤੱਕ ਮੈਂ ਕੋਈ 25-30 ਇਹੋ ਜਿਹੀਆਂ ਸਟੋਰੀਆਂ ਕੀਤੀਆਂ ਸੀ, ਕਿਉਂਕਿ ਉਦੋਂ ਮੈਂ ਟੇਪਾਂ ਹੁਣ ਉਹ ਕੈਮਰਾ ਨਹੀਂ ਮਿਲ ਰਿਹਾ। ਇੱਕ ਸੱਜਣ ਇਹੋ ਜਿਹੇ ਟੱਕਰੇ, ਉਹਨੂੰ ਇਹ ਨਹੀਂ ਸੀ ਪਤਾ ਵੀ ਲਾਇਬ੍ਰੇਰੀ ਦਾ ਮੁੱਲ ਕੀ ਹੁੰਦਾ। ਉਹਦੇ ਭਾਣੇ ਤਾਂ 100-150 ਦੀ ਟੇਪ ਹੀ ਸੀਗੀ, ਵੀ ਚੱਲ ਨਵਾਂ ਪੱਤਰਕਾਰ ਬਣਿਆ ਸੀ ਉਹ, ਤੇ ਮੇਰੀਆਂ 40-50 ਟੇਪਾਂ ਲੈ ਗਿਆ ਚੱਕ ਕੇ। ਉਹਦਾ ਬਾਅਦ 'ਚ ਮੈਨੂੰ ਪਤਾ ਲੱਗਿਆ ਤਾਂ ਮੇਰੀ ਲਾਇਬ੍ਰੇਰੀ ਲੈ ਗਿਆ, ਇਹੀ ਲੈ ਗਿਆ ਸੀ ਚੱਕ ਕੇ, ਹੈ ਨਹੀਂ। ਉਹਦੇ ਵਿੱਚ ਬੜਾ ਨੁਕਸਾਨ ਹੋ ਗਿਆ। ਉਹ ਬੰਦਿਆਂ ਨਾਲ ਇੰਨਾ ਕਿ ਭੈੜੀ ਹੋਈ ਜੀ, ਵੰਡ ਹੀ ਲੈ ਕੇ ਉਹਨਾਂ ਨੂੰ ਬਹਿ ਗਈ। ਪਹਿਲਾਂ ਪਾਕਿਸਤਾਨ ਤੇ ਭਾਰਤ ਦੀ ਵੰਡ, ਜਿਹੜੀ ਦੋਨੇ ਪੰਜਾਬਾਂ ਦੀ ਵੰਡ, ਫਿਰ ਪੰਜਾਬ ਤੇ ਹਰਿਆਣੇ ਦੀ ਵੰਡ, ਕਿ ਫਿਰ ਜ਼ਿਲ੍ਹਿਆਂ ਦੀ ਵੰਡ, ਤੇ ਉਹਨਾਂ ਵਿਚਾਰਿਆਂ ਨੂੰ ਜਿਹੜੇ 400-400 500 ਕਿੱਲੇ ਮਾਲਕ ਸੀਗੇ ਜਾਂ ਕੋਈ, ਉਹ ਵਿਚਾਰੇ ਨਾ ਲੋਕਾਂ ਦੇ ਭਾਂਡੇ ਮਾਂਜਦੇ ਹੀ ਮਰ ਗਏ। ਹਾਂਜੀ, ਇਹੋ ਜਿਹੇ ਕੋਈ ਅੰਕੜੇ ਹੈ ਤੁਹਾਡੇ ਕੋਲੇ ਵੀ ਕਿੰਨੇ ਕੁ ਲੋਕਾਂ ਦੀ ਮੌਤ ਹੋਈ, ਕੀ ਕੁਛ ਹੋਇਆ? ਵੰਡ ਦੇ ਅੰਕੜੇ ਹੈਗੇ ਨੇ ਆਪਣਾ ਦਾਨਿਆਲੀ ਸਾਹਿਬ, ਉਹ ਮਤਲਬ ਉਹਦੇ ਤੇ ਕੰਮ ਕੀਤਾ ਹੋਇਆ, ਕਈ ਲੋਕਾਂ ਨੇ ਕੀਤਾ ਹੋਇਆ। ਸਿਰਫ ਪੰਜਾਬੀਆਂ ਦੀ ਗੱਲ ਕਰਨੀ ਹੋਵੇ, ਕੱਲਿਆਂ ਦੀ ਪੰਜਾਬੀਆਂ ਦੀ ਕਰ ਲੈਂਦੇ ਆਪਾਂ, ਤਾਂ ਪੰਜਾਬੀਆਂ ਦੀ ਕਰਾਂਗੇ ਜੀ। 10 ਲੱਖ ਪੰਜਾਬੀ ਮਾਰੇ ਗਏ ਸੀਗੇ, ਤੇ ਇਹਦੇ ਵਿੱਚ ਆਪਣੇ ਵਾਲੇ ਪਾਸੇ 4-4.5 ਲੱਖ ਦੱਸੇ ਜਾਂਦੇ ਨੇ। ਨਾ, ਆਪਣੇ ਵਾਲੇ ਪਾਸੇ 6 ਦੱਸੇ ਜਾਂਦੇ ਨੇ, 6 ਲੱਖ।
ਉਧਰਲੇ ਪਾਸੇ 4.5 ਲੱਖ ਦੇ ਕਰੀਬ ਜਿਹੜੇ ਹੈਗੇ ਮਾਰੇ ਗਏ ਸੀਗੇ। ਸਾਡੇ ਵਾਲੇ ਇਧਰਲੇ ਵਾਲੇ ਪਾਸੇ ਵੱਧ ਮਾਰੇ ਗਏ ਸੀ। ਇਸੇ ਤਰ੍ਹਾਂ 1 ਕਰੋੜ ਲੋਕ ਉਜੜੇ ਸੀਗੇ ਮਤਲਬ। ਇਸੇ 30 ਤੋਂ 50 ਲੱਖ ਦੇ ਕਰੀਬ ਇਹਦੇ ਵਿੱਚ, ਹਾਲਾਂਕਿ ਫਰਕ ਵੱਡਾ ਪਰ ਅਲੱਗ-ਅਲੱਗ ਅੰਕੜੇ ਨੇ। ਔਰਤਾਂ ਨਾਲ ਜ਼ਿਆਦਤੀ ਹੋਈ, ਮਤਲਬ ਉਹਦੇ ਵਿੱਚ ਰੇਪ, ਔਰਤਾਂ ਦਾ ਉਧਾਲਿਆ ਜਾਣਾ, ਔਰਤਾਂ ਨੂੰ ਮਾਰ ਕੁਟਾਈ ਹੋਣੀ, ਮਤਲਬ ਹਰ ਤਰ੍ਹਾਂ ਦਾ ਜਿਹੜਾ ਔਰਤਾਂ ਦਾ ਤਸ਼ੱਦਦ ਹੋ ਸਕਦਾ ਉਹ ਮਤਲਬ ਇਸ ਵੰਡ ਦੇ ਦੌਰਾਨ ਹੋਇਆ ਸੀਗਾ। ਤੇ ਇਸ ਤਰ੍ਹਾਂ ਦੀ ਮੋਟਾ ਜਿਹਾ ਨੁਕਸਾਨ ਇੱਕ ਹੈਗਾ। ਇਹਦੇ ਬਾਰੇ ਕਈ ਲੋਕਾਂ ਨੇ ਵੰਡ ਦੇ ਉੱਤੇ ਕੰਮ ਵੀ ਕੀਤਾ ਹੋਇਆ। ਮਤਲਬ ਅਸੀਂ 10 ਲੱਖ ਪੰਜਾਬੀ ਮਾਰੇ ਗਏ ਸੀ ਵੰਡ ਦੇ ਦੌਰਾਨ। ਹੁਣ ਜਿਹੜੀ ਸਵਾਲ ਆ ਗਿਆ ਖੱਜਲ ਖੁਆਰੀ ਦਾ, ਉਦੋਂ ਬਾਅਦ ਜਿਹੜੀ ਖੱਜਲ ਖੁਆਰੀ ਹੋਈ ਆ ਉਹ ਬਹੁਤ ਜ਼ਿਆਦਾ ਸੀ। ਉਹਦਾ ਕਾਰਨ ਕੀ ਸੀ? ਜਿਹੜੇ ਮਤਲਬ ਕਿ ਮੇਰੇ ਕੋਲ ਇਹੋ ਜਿਹੇ ਵੀ ਕੇਸ ਆਏ ਸੀਗੇ ਕਿ ਜਿਹੜੇ ਬੰਦੇ ਉੱਧਰ ਬਹੁਤ ਅਮੀਰ ਹੁੰਦੇ ਸੀਗੇ, ਮਤਲਬ ਉਹ ਇੱਧਰ ਆ ਕੇ ਵਿਚਾਰਿਆਂ ਨੂੰ ਉਹ ਗੱਲ ਨਹੀਂ ਬਣੀ ਹੈਗੀ ਉਹਨਾਂ ਦੀ, ਹਨਾ। ਤੇ ਇਹ ਹੋ ਗਿਆ ਆਰਥਿਕ ਨੁਕਸਾਨ। ਇਸੇ ਤਰ੍ਹਾਂ ਇੱਧਰ ਜਿਹੜੇ ਬਹੁਤ ਸਾਰੇ ਬੰਦੇ ਅਮੀਰ ਹੁੰਦੇ ਸੀ, ਉੱਧਰ ਆ ਕੇ ਜਦੋਂ ਚਲੇ ਗਏ ਉਹ ਜਾ ਕੇ ਜਿਹੜੇ ਹੈਗੇ ਨੇ ਉੱਧਰ ਉਹਨਾਂ ਤੋਂ ਗੱਲ ਨਹੀਂ ਬਣੀ। ਉਹ ਗੱਲ ਉਹੀ ਆ ਗਈ ਨਾ, ਉੱਧਰ ਮੈਂ ਭੁੱਲ ਗਿਆ ਉਹਨਾਂ ਨੂੰ ਕੀ ਕਹਿੰਦੇ ਨੇ, ਆਪਣੇ ਤਾਂ ਇੱਥੇ ਬਾਹਰੀਏ ਕਹਿ ਦਿੰਦੇ ਆ ਜਾਂ ਉਹਨਾਂ ਨੂੰ ਸ਼ਰਨਾਰਥੀ ਕਹਿ ਦਿੰਦੇ ਆ, ਮੁਹਾਜਰ ਕਹਿੰਦੇ, ਉੱਧਰ ਮੁਹਾਜਰ ਕਹਿੰਦੇ ਆ। ਇੱਥੇ ਜੰਮ ਕੇ ਵੀ ਉਹ ਹਜੇ ਤੱਕ ਸ਼ਰਨਾਰਥੀ ਨੇ, ਇੱਥੇ ਜੰਮ ਕੇ ਵੀ ਉਹ ਹਜੇ ਬਾਹਰੀ ਨੇ, ਹਜੇ ਤੱਕ ਉਹਨਾਂ ਦਾ ਉਹ ਨਹੀਂ ਬਣਿਆ। ਤੇ ਦੇਖੋ ਤੰਦਾਂ ਜਿਹੜੀਆਂ ਨੇ ਮੋਹ ਦੀਆਂ, ਉਹ ਅੱਜ ਵੀ ਮਗਰ ਕੀ ਲਿਖਦੇ ਆਪਦੇ ਪਿੰਡਾਂ ਦੇ ਨਾਂ, ਬੌਲਪੁਰੀਏ, ਹਾਂਜੀ, ਫਲਾਨੇ ਪਿੰਡ ਦੇ। ਉਹ ਜਿਹੜੀ ਉਹ ਚੀਜ਼ ਆ ਨਾ, ਉਹ ਨਹੀਂ ਇੱਥੇ ਆ ਕੇ ਵੀ ਨਹੀਂ ਮੋਹ ਪੈ ਰਿਹਾ ਉਹਨਾਂ ਦਾ। ਉਹਦੇ ਵਿੱਚ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਨਾ ਮੁਹਾਜਰਾਂ ਦੀ ਪਾਰਟੀ ਬਣੀ ਹੈ, ਸਪੈਸ਼ਲ ਇੱਕ ਪੋਲੀਟੀਕਲ ਪਾਰਟੀ ਬਣੀ ਹੈ ਜਿਹੜੀ ਕਿ ਮੁਹਾਜਰਾਂ ਲਈ ਹੀ ਬਣੀ ਹੈ। ਉਹ ਇਸ ਲਈ ਬਣੀ ਹੈ ਕਿਉਂਕਿ ਉਹਨਾਂ ਨੂੰ ਉੱਥੇ ਜਾ ਕੇ ਉਹ ਮਾਣ ਰੁਤਬਾ ਨਹੀਂ ਮਿਲਿਆ ਹੈਗਾ, ਨਹੀਂ ਮਿਲਿਆ। ਆਪਣੇ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਪਰਵੇਜ਼ ਮੁਸ਼ਰਫ, ਕਿੰਨਾ ਜੋ ਮਰਜ਼ੀ ਕਹਿ ਲਓ, ਉਹ ਵੀ ਦਿੱਲੀ ਤੋਂ ਗਏ ਸੀ, ਬਣ ਗਏ ਉਹ। ਪਰ ਹਾਂ, ਤੇ ਇਸੇ ਤਰ੍ਹਾਂ ਜਦੋਂ ਆਏ ਵੀ ਸੀ ਉਦੋਂ 2001 ਦੇ ਵਿੱਚ ਉਹਨਾਂ ਨੇ ਆਪਣੀ ਹਵੇਲੀ ਦੇਖੀ, ਉਦੋਂ ਆਪਣੀ ਵਾਈਫ ਨਾਲ ਆਏ ਸੀਗੇ, ਜਿਹੜੀ ਦਿੱਲੀ ਦੇ ਵਿੱਚ ਜਿਹੜੇ ਵਿੱਚ ਉਹਨਾਂ ਦਾ ਉਹ ਪੈਦਾ ਹੋਏ ਸੀਗੇ। ਇਹਦਾ ਕਾਰਨ ਕੀ ਹੈ ਕਿ ਇਹੀ ਕਹਿ ਕੇ ਇਹ ਚੀਜ਼ ਨਾ ਸਾਬਤ ਵੀ ਕਰਦੀ ਹੈ ਕਿ ਭਾਵੇਂ ਤੁਸੀਂ ਮੁਲਕ ਧਰਮ ਦੇ ਆਧਾਰ ਤੇ ਬਣਾ ਲਿਆ, ਪਰ ਜਿਹੜਾ ਧਰਮ ਦੇ ਆਧਾਰ ਤੇ ਬਣਾ ਕੇ ਵੀ ਤੁਸੀਂ ਐਕਸੈਪਟ ਨਹੀਂ ਹੋਏ ਉਸ ਧਰਮ ਦੇ ਵਿੱਚ, ਤੁਹਾਨੂੰ ਫਿਰ ਵੀ ਜਿਹੜਾ ਹੈਗਾ ਤੁਹਾਡੀ ਜਾਤ, ਤੁਹਾਡਾ ਇਲਾਕਾ ਤੇ ਤੌਰ ਤੇ ਤੁਸੀਂ ਦੇਖੇ ਗਏ ਹੈਗੇ ਹੋ। ਜਿਵੇਂ ਕਿ ਯੂਪੀ ਵਾਲੇ ਬੰਦੇ ਜਿਹੜੇ ਉਧਰਲੇ ਪੰਜਾਬ ਚ ਗਏ ਨੇ, ਉਹਨਾਂ ਨੂੰ ਹਾਲੇ ਵੀ, ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਮਹੀਪ ਸਿੰਘ ਹੋਏ ਨੇ, ਆਪਣੇ ਬਹੁਤ ਵੱਡੇ ਵਿਦਵਾਨ ਹੋਏ ਨੇ, ਹੁਣ ਦੁਨੀਆ ਚ ਨਹੀਂ ਰਹੇ। ਉਹ ਮੈਨੂੰ ਦੱਸ ਰਹੇ ਸੀਗੇ ਕਿ ਬਾਅਦ ਵਿੱਚ ਉਹਨਾਂ ਨੇ ਉਹ ਗੱਲ ਇੱਕ ਲੇਖ 'ਚ ਵੀ ਲਿਖੀ, ਪਰ ਉਹ ਕਈ ਸਾਲ ਪਹਿਲਾਂ ਉਹਨਾਂ ਨੇ ਮੈਨੂੰ ਦੱਸੀ ਵੀ ਸੀ ਕਿ ਜਦੋਂ ਮੈਂ ਪਹਿਲੀ ਵਾਰ ਉੱਥੇ ਗਿਆ, ਲਾਹੌਰ ਗਿਆ, ਤੇ ਲਾਹੌਰ ਵੀ ਪਾਕਿਸਤਾਨ ਦੇ ਇੱਕ ਪੰਜਾਬ ਦੇ ਪਿੰਡ 'ਚ ਗਏ ਸੀਗੇ, ਤੇ ਉੱਥੇ ਇੱਕ ਬਜ਼ੁਰਗ ਔਰਤ ਕਹਿੰਦੇ ਮੈਨੂੰ ਜੱਫੀ ਪਾਈ, ਤੇ ਜੱਫੀ ਪਾ ਕੇ ਮੇਰੇ ਸਿਰ ਪਲੋਸਿਆ, ਤੇ ਮੈਨੂੰ ਕਹਿੰਦੀ ਹਾਏ ਹਾਏ ਕਿੱਡੇ ਸੋਨੇ ਵਰਗੇ ਸਰਦਾਰ ਅਸੀਂ ਵਸਾਰ ਦਿੱਤੇ, ਤੇ ਸਾਡੇ ਪੱਲੇ ਪੈ ਗਏ ਬੀੜੀਆਂ ਪੀਣੇ। ਹੁਣ ਦੇਖਣ ਵਾਲੀ ਗੱਲ ਸੀ, ਮੈਂ ਉਦੋਂ ਹੱਸਿਆ ਕਿ ਹਾਲਾਂਕਿ ਗੱਲ ਗਲਤ ਸੀ, ਭਾਵਨਾ ਬੀੜੀਆਂ ਪੀਣੇ ਉਹ ਯੂਪੀ ਬਿਹਾਰ ਵਾਲਿਆਂ ਨੂੰ ਕਹਿ ਰਹੀ ਸੀ, ਪਰ ਇੱਥੇ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਉਹ ਬੀੜੀਆਂ ਪੀਣੇ ਜਿਹਨੂੰ ਕਹਿ ਰਹੀ ਹੈ, ਉਹ ਬੀੜੀਆਂ ਪੀਣੇ ਹੈ ਤਾਂ ਮੁਸਲਮਾਨ ਨੇ, ਪਰ ਉਹ ਯੂਪੀ ਬਿਹਾਰ ਵਾਲਿਆਂ ਦੇ ਤੌਰ ਤੇ ਦੇਖ ਰਹੀ ਹੈ। ਤੇ ਜਿਹੜਾ ਸੋਨੇ ਵਰਗਾ ਸਰਦਾਰ ਕਹਿ ਰਹੀ ਹੈ, ਉਹ ਭਾਵੇਂ ਹੈ ਸਿੱਖ ਹੈ, ਪਰ ਉਹਨੂੰ ਪੰਜਾਬੀ ਕਰਕੇ ਐਕਸੈਪਟ ਕਰ ਰਹੀ ਹੈ ਵੀ ਉਹ ਮਤਲਬ ਪੰਜਾਬੀ ਹੈ, ਵੀ ਇਹਨਾਂ ਨਾਲ ਸਾਡੀ ਵਰਿਆਂ ਦੀ ਸਾਂਝ ਹੈ। ਤੇ ਇਹ ਮਤਲਬ ਚੀਜ਼ ਦਿਖਾਉਂਦੀ ਹੈ ਕਿ ਜਿਹੜਾ ਇੱਕ ਧਰਮ ਹੁੰਦਾ ਨਾ, ਧਰਮ ਹੀ ਤੁਹਾਡੀ ਸਾਂਝ ਨਹੀਂ ਹੁੰਦੀ, ਤੁਹਾਡੀ ਜਿਹੜੀ ਮੇਨ ਵੱਡੀ ਸਾਂਝ ਹੈ ਧਰਮ ਤਾਂ ਸਿਰਫ ਵਿਸ਼ਵਾਸ ਹੈ ਤੁਹਾਡਾ, ਤੁਹਾਡੀ ਸਾਂਝ ਹੁੰਦੀ ਹੈ ਤੁਹਾਡੀ ਜ਼ੁਬਾਨ ਦੀ, ਤੁਹਾਡੀ ਭਾਸ਼ਾ ਦੀ, ਤੇ ਤੁਹਾਡੇ ਕਲਚਰ ਦੀ ਸਾਂਝ। ਇਹ ਸਭ ਤੋਂ ਵੱਡੀ ਸਾਂਝ ਹੈ। ਮਤਲਬ ਤੁਹਾਡਾ ਜਿਵੇਂ ਹੁਣ ਉਦਾਹਰਨ ਦੇ ਤੌਰ ਤੇ ਇੱਕ ਹੋਰ ਹੈ, ਪਾਕਿਸਤਾਨ ਦੇ ਵਿੱਚ ਇਹੋ ਜਿਹੀਆਂ ਕਈ ਕਹਾਣੀਆਂ ਨੇ। ਇੱਕ ਪਿੰਡ ਹੈ ਸਿਆਲਕੋਟ ਦੇ ਵਿੱਚ, ਗੁੰਨੇ ਕਲਾਂ ਪਿੰਡ ਹੈ, ਗੁੰਨਾ ਕਲਾਂ ਪਿੰਡ, ਤੇ ਜੇ ਸਾਡੇ ਮਿੱਤਰ ਕੋਈ ਸੁਣਨ ਵਾਲੇ ਸਿਆਲਕੋਟ ਦੇ ਉਧਰਲੇ ਇਲਾਕੇ ਚ ਆਏ ਹੋਵੇ, ਸ਼ਾਇਦ ਉਹ ਜਾਣਦੇ ਵੀ ਹੋਣ। ਗੁੰਨਾ ਕਲਾਂ ਦੇ ਵਿੱਚ ਮੇਰਾ ਇੱਕ ਦੋਸਤ ਹੈਗਾ ਉੱਥੇ ਦਾ, ਅਲੀ ਉਸਮਾਨ ਬਾਜਵਾ, ਉਹ ਉੱਥੇ ਦਾ ਬਹੁਤ ਮਸ਼ਹੂਰ ਟੀਵੀ ਹੋਸਟ ਆ। ਉਹ ਦੱਸ ਰਿਹਾ ਸੀ ਕਿ ਉਹ ਖੁਦ ਵੀ ਬਾਜਵਾ ਵਾ, ਤੇ ਉਹ ਕਹਿੰਦਾ ਵੀ ਸਾਡੇ ਨਾ ਜਿਹੜੇ ਸਾਰਾ ਬਾਜਵਿਆਂ ਦਾ ਪਿੰਡ ਹੈ ਸਾਡਾ, ਤੇ ਉੱਥੇ ਸਿੱਖ ਵੀ ਬਾਜਵੇ ਸੀਗੇ ਜਿਹੜੇ ਸੀ, ਮੁਸਲਮਾਨ ਵੀ ਬਾਜਵੇ ਸੀ, ਬਿਲਕੁਲ, ਕਿਉਂਕਿ ਉਹਦਾ ਮਤਲਬ ਕਦੇ ਨਾ ਕਦੇ ਇਹਨਾਂ ਦਾ ਖੂਨ ਦਾ ਵੀ ਰਿਸ਼ਤਾ ਰਿਹਾ ਹੋਇਆ, ਕਿਉਂਕਿ ਬਾਅਦ ਵਿੱਚ ਕਨਵਰਟ ਹੋਏ ਹੋਣਗੇ ਨਾ ਮੁਸਲਮਾਨ ਜਾਂ ਸਿੱਖ ਦੇ ਵਿੱਚ। ਨਹੀਂ, ਇਹ ਨਹੀਂ ਹੈਗਾ ਜੀ, ਮੈਂ ਹੁਣ ਉਹਦੇ ਚ ਆਪਾਂ ਇਹ ਵੀ ਨਹੀਂ ਕਹਿ ਸਕਦੇ। ਹੁਣ ਗਿੱਲ ਤੇ ਕਈ ਗੋਤਾਂ ਜਿਹੜੀਆਂ ਅਫਰੀਕਨਸ ਚ ਵੀ ਹੈਗੀਆਂ ਨੇ,
ਹੋਣਗੇ, ਪਰ ਇਹਦੇ ਵਿੱਚ ਜਦੋਂ ਇੱਕੋ ਪਿੰਡ ਵਿੱਚ ਆ, ਚਾਂਸ ਜ਼ਿਆਦਾ ਹੁੰਦੇ ਨੇ chances ਕਿ ਹੋ ਉਹਨਾਂ ਜਾਂਦੇ, ਬਿਲਕੁਲ। ਉਹਨਾਂ ਦਾ ਸ਼ਾਇਦ ਖੂਨ ਦਾ ਰਿਸ਼ਤਾ ਹੋਵੇ। ਤੇ ਇਹਦੇ ਵਿੱਚ ਕੀ ਹੈ ਕਿ ਉਹ ਅਲੀ ਉਸਮਾਨ ਦੱਸ ਰਿਹਾ ਸੀਗਾ ਕਿ ਜਦੋਂ ਵੰਡ ਹੋਈ ਤਾਂ ਉਦੋਂ ਕੀ ਹੋਇਆ ਕਿ ਸਾਡੇ ਪਿੰਡ ਦੇ ਜਿਹੜੇ ਲੋਕ ਕਹਿੰਦੇ ਵੀ ਦੇਖ ਵੀ ਇਹ ਸਾਡੇ ਬਾਜਵੇ ਭਰਾ ਨੇ, ਆਪਾਂ ਇਹਨਾਂ ਨੂੰ ਉੱਜੜਨ ਨਹੀਂ ਦੇਣਾ ਹੈਗਾ, ਵੀ ਜਿਹੜੇ ਕੋਈ ਹਮਲਾ ਕਰਨ ਆਏ ਉਹਨਾਂ ਨੂੰ ਆਪਾਂ ਨਿਪਟਾਂਗੇ ਆਪਾਂ, ਹੈ। ਤੇ ਕਿਉਂਕਿ ਉਹ ਉੱਥੇ ਉਹ ਭਾਵਨਾ ਦੇਖਣ ਵਾਲੀ ਆ ਵੀ ਉਹ ਜਿਹੜੇ ਮੁਸਲਮਾਨ ਜਹਾਦੀਆਂ ਨੂੰ ਮਾਰਨ ਨੂੰ ਤਿਆਰ ਸੀਗੇ ਵੀ ਆਪਣੇ ਸਿੱਖ ਭਰਾਵਾਂ ਦੀ ਰੱਖਿਆ ਲਈ, ਕਿਉਂਕਿ ਭਾਵੇਂ ਕਿ ਉੱਥੇ ਬਾਜਵੇ ਵਾਲਾ ਵੀ ਮਸਲਾ ਸੀਗਾ ਵੀ ਬਾਜਵਾ ਗੋਤ ਸੀਗਾ, ਪਰ ਜਦੋਂ ਉਹਨਾਂ ਦਾ ਵਸਰਾ ਚੱਲਿਆ ਤਾਂ ਉਹ ਕਹਿੰਦੇ ਵੀ ਮੁਸਲਮਾਨ ਬਾਜਵੇ ਫਿਰ ਸਿੱਖ ਬਾਜਵੇ ਨੂੰ ਗੱਡੀ ਛੱਡ ਕੇ ਆਏ ਵੀ ਭਾਈ ਭਰਾਵਾ ਮਾਫੀ ਚਾਹੁੰਦੇ, ਅਸੀਂ ਤੁਹਾਨੂੰ ਬਚਾ ਨਹੀਂ ਸਕੇ, ਪਰ ਲਓ ਤੁਹਾਨੂੰ ਅਸੀਂ ਗੱਡੀ ਦੇ ਵਿੱਚ ਖੁਦ ਛੱਡ ਕੇ ਆਉਣੇ ਆ। ਤੇ ਇਦਾਂ ਦੀਆਂ ਕਈ ਸਾਰੀਆਂ ਉਦਾਹਰਨਾਂ ਮਿਲਦੀਆਂ। ਉਹਦੇ ਵਿੱਚ ਇੱਕ ਹੋਰ ਵੀ ਉਦਾਹਰਨ ਹੈ ਜਿਹੜੀ ਨੋਟ ਕਰਨ ਵਾਲੀ ਹੈ ਕਿ ਆਮ ਲੋਕਾਂ ਨੇ ਨਾ ਜਿਹੜੇ ਵੰਡ ਉੱਤੇ 2-3 ਬੰਦਿਆਂ ਨੇ ਕੰਮ ਕੀਤਾ, ਉਹਦੇ ਵਿੱਚੋਂ ਜਿਵੇਂ ਪੰਜਾਬੀ ਸੱਤ ਲਾਂਬੜਾ ਨੇ ਕਾਫੀ ਕੰਮ ਕੀਤਾ ਵੰਡ ਉੱਤੇ, ਇੱਕ ਪੂਰੀ ਕਹਾਣੀਆਂ ਦਾ ਪਰਾਗਾ ਛਾਪਿਆ ਹੋਇਆ ਉਹਨਾਂ ਨੇ। ਉਹਦੇ ਵਿੱਚੋਂ ਚੀਜ਼ਾਂ ਇਹੋ ਜਿਹੀਆਂ ਸਾਹਮਣੇ ਆਈਆਂ ਕਿ ਜਿਹੜੇ ਲੋਕਲ ਪਿੰਡਾਂ ਦੇ ਲੋਕ ਸੀ ਨਾ, ਮਤਲਬ ਕਿ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਸੀ, ਉਹਨਾਂ ਨੇ ਲੋਕਾਂ ਨੂੰ ਬਚਾਇਆ। ਜਿਹੜੀਆਂ ਬਾਹਰਲੀਆਂ ਫੌਜ ਤੋਂ ਧਾੜਵੀ ਆਏ ਜਿਹੜੇ ਉਹਨਾਂ ਅੱਗੇ ਉਹ ਬੇਵੱਸ ਹੋ ਗਏ। ਇਹ ਵੱਖਰੀ ਗੱਲ ਹੈ ਕਿ ਕੁਝ ਪਿੰਡ ਵਿੱਚ ਵੀ ਇਸ ਤਰ੍ਹਾਂ ਦੇ ਮੁਸਟੰਡੇ ਕਿਸਮ ਦੇ ਹੁੰਦੇ ਨੇ ਜਿਹੜੇ ਕਿ ਉਹ ਫਾਇਦਾ ਲੈਂਦੇ ਹੈਗੇ ਨੇ, ਉਸ ਲੁੱਟ-ਪਾਟ ਵਿੱਚ ਸ਼ਾਮਲ ਹੋ ਜਾਂਦੇ ਨੇ, ਪਰ ਜ਼ਿਆਦਾਤਰ ਦੋਹੇ ਪਾਸੇ, ਇੱਧਰਲੇ ਪੰਜਾਬ 'ਚ ਵੀ, ਇੱਧਰਲੇ ਪੰਜਾਬ ਸਿੱਖਾਂ ਨੇ ਤੇ ਹਿੰਦੂਆਂ ਨੇ, ਉੱਧਰਲੇ ਪੰਜਾਬ 'ਚ ਮੁਸਲਮਾਨਾਂ ਨੇ ਮਤਲਬ ਕੋਸ਼ਿਸ਼ ਕੀਤੀ ਕਿ ਆਪਣੇ ਪਿੰਡ ਵਾਲਿਆਂ ਨੂੰ ਬਚਾਇਆ ਜਾਵੇ, ਬਚਾਉਣ ਦੀ, ਜਾਂ ਫਿਰ ਉਹਨਾਂ ਨੂੰ ਉੱਥੇ ਛੱਡ ਕੇ ਵੀ ਆਏ। ਇੱਦਾਂ ਦੀਆਂ ਕਈ ਸਾਰੀਆਂ ਚੀਜ਼ਾਂ ਨਾ ਹੈਗੀਆਂ। ਕੁੱਲ ਮਿਲਾ ਕੇ ਦੇਖੋ ਇੱਕ ਚੀਜ਼ ਹੋਰ ਬੜੀ ਕਮਾਲ ਦੀ, ਸਾਡੇ ਬਲਰਾਜ ਸਾਹਨੀ ਹੋਏ ਨੇ, ਬਹੁਤ ਵੱਡੇ ਹੀਰੋ ਹੋਏ ਨੇ ਤੇ ਪੰਜਾਬੀ ਦੇ ਲੇਖਕ ਵੀ ਬਹੁਤ ਵੱਡੇ ਸੀ ਬਲਰਾਜ ਸਾਹਨੀ। ਉਹਨਾਂ ਦਾ ਭਰਾ ਸੀ ਭੀਸ਼ਮ ਸਾਹਨੀ। ਭੀਸ਼ਮ ਸਾਹਨੀ ਨੇ ਹਿੰਦੀ ਦੇ ਬਹੁਤ ਵੱਡੇ ਸਾਹਿਤਕਾਰ ਸੀ। ਉਹਨਾਂ ਦੀ ਇੱਕ ਕਿਤਾਬ ਹੈ ਯਾਦੇ ਇਪਟਾਕੀ, ਕਿਉਂਕਿ ਬਲਰਾਜ ਸਾਹਨੀ ਨੇ ਪੰਜਾਬੀ 'ਚ ਵੱਧ ਲਿਖਿਆ ਵਾ ਤੇ ਭੀਸ਼ਮ ਸਾਹਨੀ ਨੇ ਹਿੰਦੀ 'ਚ ਲਿਖਿਆ। ਭੀਸ਼ਮ ਸਾਹਨੀ ਇਪਟਾਕੀ ਯਾਦੇ ਕਿਤਾਬ 'ਚ ਇੱਕ ਚੀਜ਼ ਦੱਸਦੇ ਨੇ ਬੜੀ ਕਮਾਲ ਦੀ, ਉਹ ਨੋਟ ਕਰਨ ਵਾਲੀ ਹੈ। ਉਹ ਕਹਿੰਦੇ 47 'ਚ ਭਾਵੇਂ ਫਿਰਕੂ ਹਨੇਰੀ ਚੱਲੀ ਸੀਗੀ, ਪਰ ਜਿਹੜੀ ਮਿਡਲ ਕਲਾਸ ਦਾ ਕਰੈਕਟਰ ਇੰਨਾ ਭ੍ਰਿਸ਼ਟ ਨਹੀਂ ਹੋਇਆ ਸੀ ਜਿੰਨਾ 92 ਤੋਂ ਬਾਅਦ ਹੋਇਆ, ਬਾਬਰੀ ਮਸਜਿਦ ਤੋਂ ਬਾਅਦ ਹੋਇਆ। ਮਤਲਬ ਇਹਦੇ ਵਿੱਚ ਸਾਨੂੰ ਇੱਕ ਚੀਜ਼ ਹੋਰ ਮਿਲਦੀ ਹੈ ਕਿ 47 ਵੇਲੇ ਆਮ ਲੋਕ ਸੀ ਜਿਹੜੇ, ਉਹਨਾਂ ਉੱਤੇ ਫਿਰਕੂ ਹਨੇਰੀ ਭਾਵੇਂ ਚੱਲ ਗਈ ਸੀ, ਪਰ ਉਹਨਾਂ ਵਿੱਚ ਮਾਨਵੀ ਸੰਵੇਦਨਾ ਐ ਬਚੀ ਹੋਈ ਸੀਗੀ ਵੀ ਉਹਨਾਂ ਨੇ ਮਦਦ ਤੱਕ ਕੀਤੀ ਹੈ। ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਐ ਲੱਗਦੀਆਂ ਕਿ ਜਿਹੜੀ 47 ਦੀ ਵੰਡ ਹੈ ਉਹ ਧੱਕੇ ਨਾਲ ਪੰਜਾਬੀਆਂ ਤੇ ਥੋਪੀ ਗਈ ਸੀਗੀ। ਅੱਛਾ, ਇੱਕ ਚੀਜ਼ ਹੋਰ, ਉਸ ਸਮੇਂ ਪੰਜਾਬੀਆਂ ਦੀ ਇੱਕ ਜਿਹੜੀ ਸਿਕੰਦਰ ਹਯਾਤ ਖਾਨ ਦੀ ਪਾਰਟੀ ਹੁੰਦੀ ਸੀਗੀ, ਇੱਕ ਕਿਰਤੀ ਪਾਰਟੀ, ਯੂਨੀਅਨਿਸਟ ਪਾਰਟੀ ਸੀਗੀ। ਉਹਨੇ ਇੱਕ ਪ੍ਰਸਤਾਵ ਹੋਰ ਰੱਖਿਆ ਸੀ ਜਿਹੜਾ ਕਿ ਮੰਨਿਆ ਨਹੀਂ ਗਿਆ, ਜਾਂ ਕਹਿ ਲਓ ਕਿ ਉਹਨਾਂ ਨੇ ਬਹੁਤ ਦੇਰੀ ਕਰਤੀ। ਉਹ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਣ ਲੱਗੀ ਨਾ, ਤਾਂ ਯੂਨੀਅਨਿਸਟ ਪਾਰਟੀ ਨੇ ਅੰਗਰੇਜ਼ਾਂ ਕੋਲ ਮੰਗ ਰੱਖੀ ਵੀ ਤੁਸੀਂ ਐਂ ਕਰੋ, ਵੰਡ ਮੁੰਡ ਨੂੰ ਜੋ ਕਰਨੀ ਹੈ ਕਰੋ, ਪਰ ਸਾਡਾ ਜਿਹੜਾ ਪੰਜਾਬ ਹੈ ਇਹਨੂੰ ਵੱਖਰਾ ਦੇਸ਼ ਬਣਾ ਦਿਓ। ਇਹਦੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ ਤੇ ਇਹਦੇ ਵਿੱਚ ਹਿਮਾਚਲ ਵੀ ਸ਼ਾਮਿਲ ਹੋਣਾ ਸੀ। ਇਹਦੇ ਵਿੱਚ ਆਪਣਾ ਤਿੱਬਤ ਦਾ ਵੀ ਕੁਝ ਇਲਾਕਾ ਆਉਣਾ ਸੀ ਕਹਿੰਦੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ, ਜਿਹੜਾ ਪੁਰਾਣਾ ਪੰਜਾਬ ਦਾ ਸਾਰਾ ਹੀ ਇਲਾਕਾ ਸੀ ਨਾ, ਜਿਹੜਾ ਉਸ ਸਮੇਂ ਯੂਨੀਅਨਿਸਟ ਪਾਰਟੀ ਦੇ ਅੰਡਰ ਸੀਗਾ, ਹਰਿਆਣੇ ਤੱਕ, ਦਿੱਲੀ ਤੱਕ ਜਾਂਦਾ ਸੀ, ਉਹ ਸਾਰੇ ਦੀ ਮੰਗ ਕੀਤੀ ਸੀ ਉਹਨਾਂ ਨੇ। ਤੇ ਲੇਕਿਨ ਉਹ ਮੰਗ ਤਾਂ ਰਿਜੈਕਟ ਹੋ ਗਈ ਕਿਉਂਕਿ ਉਹਨੂੰ ਲੈ ਕੇ ਉਹਨਾਂ ਨੇ ਕਦੇ ਜ਼ਮੀਨ ਉੱਤੇ ਫਾਈਟ ਨਹੀਂ ਕੀਤੀ ਸੀਗੀ ਤੇ ਦੇਰੀ ਬਹੁਤ ਕਰ ਦਿੱਤੀ ਸੀ। ਜਦੋਂ ਇਹ ਸਾਰਾ ਮਸੌਦਾ ਤਿਆਰ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਮੰਗ ਰੱਖੀ, ਇਹਦੇ ਕਰਕੇ ਉਹ ਮੰਗ ਪੂਰੀ ਨਹੀਂ ਹੋਈ। ਪਰ ਇਹ ਚੀਜ਼ਾਂ ਉਹ ਸੀ ਜਿਹੜੀਆਂ ਦਿਖਾਉਂਦੀਆਂ ਨੇ ਵੀ ਇਹ ਪੰਜਾਬੀਆਂ ਦੇ ਉੱਤੇ ਥੋਪੀ ਗਈ ਵੰਡ ਸੀਗੀ, ਜਿਹਨੂੰ ਕਿ ਪੰਜਾਬੀ ਜਨਮਾਨਸ ਨੇ ਕਬੂਲ ਨਹੀਂ ਕੀਤਾ, ਕਿਉਂਕਿ ਸਾਡੇ ਬਹੁਤ ਸਾਰੇ ਲੋਕ ਗੀਤ ਨੇ, ਉਹ ਲੋਕ ਗੀਤਾਂ ਦੇ ਵਿੱਚ ਵੰਡ ਦੇ ਜਿਹੜੇ ਹੈਗੇ ਆ ਉੱਤੇ ਜਿਹੜੇ ਬਿਰਲਾਪ ਕੀਤਾ ਗਿਆ, ਉਹ ਬਿਰਲਾਪ ਵਿੱਚੋਂ ਜ਼ਿਆਦਾ ਸਾਨੂੰ ਪਤਾ ਲੱਗਦਾ ਵੀ ਸਾਡਾ ਜਿਹੜਾ ਇਹ ਸਾਡਾ ਨੁਕਸਾਨ ਕਿੰਨਾ ਹੋਇਆ ਉਹ ਵੀ ਇਸ ਚੋਂ ਪਤਾ ਕੀਤਾ। ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਮੈਂ ਤੁਹਾਨੂੰ ਪਰਸਨਲ ਤੌਰ ਤੇ ਕਹਿ ਰਿਹਾ ਕਿ ਮੈਂ ਤੁਹਾਨੂੰ 2 ਪੀਸ ਭੇਜੇ ਨੇ। ਮੈਂ ਕੱਲ ਪਹੁੰਚ ਕੇ ਮੈਂ ਉਹਦੇ ਉੱਤੇ ਗੱਲ ਕਰੂੰਗਾ ਅੱਗੇ ਤੁਹਾਡੇ ਨਾਲ। ਪਹਿਲਾਂ ਆਪਾਂ ਖਾਲਸਾ ਜੀ ਦੀ ਕਾਲ ਲੈ ਲਈਏ। ਖਾਲਸਾ ਜੀ ਸਾਡੇ ਨਾਲ ਜੁੜੇ ਹੋਏ, ਕਾਫੀ ਸਮਾਂ ਹੋ ਗਿਆ, ਮਾਫੀ ਚਾਹੁੰਦੇ ਕਿਉਂਕਿ ਗੱਲ ਦੀ ਮੈਂ ਲੜੀ ਨਹੀਂ ਸੀ ਤੋੜਨਾ ਚਾਹੁੰਦਾ ਜੀ। ਖਾਲਸਾ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਸਾਹਿਬ ਤੇ ਸ਼ਿਵ ਸਿੰਘ ਜੀ ਭਾਈ ਜੀ ਕਾ ਖਾਲਸਾ ਫਤਿਹ ਜੀ। ਨਹੀਂ, ਮੈਂ ਹੋਰ ਤੁਹਾਡੀ ਜਿਹੜੀ ਲੜੀ ਚੱਲ ਰਹੀ ਸੀ ਨਾ ਜੀ, ਜਿਹੜਾ ਚਾਨਣਾ ਪਾਇਆ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਨਸਾਨੀਅਤ ਦਾ ਕਤਲ ਹੋਇਆ। ਇਹ ਪੰਜਾਬ ਦੀ ਵੰਡ, ਬੰਗਾਲ ਦੀ ਵੰਡ ਨਹੀਂ ਸੀ। ਮੈਨੂੰ ਪਤਾ ਉਹ ਸਮਾਂ, ਮੈਂ ਉਦੋਂ ਤਕਰੀਬਨ 16.5 ਸੀ ਜੀ। ਕਿੰਨੇ ਸਾਲ ਦੇ ਜੀ? ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਇੰਡੀਆ ਬਹੁਤ ਵੱਡੀ ਤਾਕਤ ਹੁੰਦੀ ਜੇ ਅਸੀਂ ਇਕੱਠੇ ਹੁੰਦੇ। ਔਰ ਇਹਦੂ ਬਾਅਦ ਵੀ ਆਜ਼ਾਦੀ ਤੋਂ ਬਾਅਦ ਉਹ ਠੀਕ ਹੈ, ਬਾਕੀ ਦੁਨੀਆ ਆਜ਼ਾਦੀ ਬਣਾ ਰਹੀ ਸੀ, ਉਹ ਬਾਕੀ ਜਿਹੜੇ ਇੰਡੀਆ ਤੇ ਬੰਗਾਲ ਔਰ ਪੰਜਾਬ ਨੂੰ ਛੱਡ ਕੇ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਇੱਕ ਮਲੇਰਕੋਟਲੇ ਦੀ ਰਿਆਸਤ ਸੀਗੀ ਜਿੱਥੇ ਗੁਰੂ ਗੋਬਿੰਦ
ਦਾ ਬਚਨ ਹੋਇਆ ਸੀ, ਜਿਹੜਾ ਉਹਨਾਂ ਦਾ ਸਮਝੋ ਬਈ ਕਿ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਦੋਂ ਹਾਂ ਦਾ ਨਾਅਰਾ ਮਾਰਿਆ, ਜਦੋਂ ਸਾਹਿਬਜ਼ਾਦਿਆਂ ਨੂੰ ਨਿਵਾਂ ਚਿਣਨ ਦੀ ਗੱਲ ਹੋਈ ਸੀ, ਤੇ ਉਹ ਦੇਖੋ ਉਹ ਧਰਤੀ ਤੇ ਅਮਨ ਅਮਾਨ ਰਿਹਾ, ਔਰ ਅੱਜ ਵੀ ਅਮਨ ਅਮਾਨ ਹੈ। ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਫੌਜੀ ਜਵਾਨਾਂ ਨੇ ਜਿਹੜੀ ਸਰਹੱਦ ਦੀ ਰਾਖੀ ਕਰਦੇ ਆ ਉਧਰੋਂ ਤੇ ਇੱਧਰੋਂ, ਮਾਵਾਂ ਦੇ ਪੁੱਤ, ਵੀਰਾਂ ਦੇ ਆਪਣੇ ਭੈਣਾਂ ਦੇ ਵੀਰ ਜਿਹੜੇ ਉਹ ਪਾ ਗਏ, ਉਹਦੇ 'ਚ ਵੀ ਪੰਜਾਬੀਆਂ ਦਾ ਬਹੁਤ ਵੱਡਾ ਹਿੱਸਾ ਹੈ। ਭਾਵੇਂ ਫੜਾ ਕਿੰਨੀਆਂ ਮਾਰਦੇ ਰਹਿਣ, ਤੇ ਅੱਜ ਬਾਬੇ ਨਾਨਕ ਦੀ ਧਰਤੀ ਤੇ ਜਿੱਥੇ ਜੋਤੀ ਜੋਤ ਸਮਾਏ ਸ੍ਰੀ ਕਰਤਾਰਪੁਰ ਸਾਹਿਬ, ਉਹ ਲਾਂਘੇ ਨੂੰ ਹੋਰ ਖੋਲ ਦੇਣਾ ਚਾਹੀਦਾ ਤਾਂ ਕਿ ਆਵਾਜਾਈ ਜ਼ਿਆਦਾ ਹੋਵੇ, ਲੋਕਾਂ ਦਾ ਮਿਹਨਤ ਜ਼ਿਆਦਾ ਹੋਵੇ। ਮੈਂ ਹੋਰ ਟਾਈਮ ਨਹੀਂ ਲੈਂਦਾ। ਮਿਹਰਬਾਨੀ ਖਾਲਸਾ ਜੀ। ਸ਼ਵਿੰਦਰ ਜੀ, ਇੱਕ ਚੀਜ਼ ਹੋਰ ਹੈ, ਖਾਲਸਾ ਜੀ ਨੇ ਗੱਲ ਕੀਤੀ ਕਿ ਮਲੇਰਕੋਟਲੇ ਵਾਲਿਆਂ ਨੇ ਤਾਂ ਵਿਚਾਲੇ ਰਹਿ ਲਏ, ਤੇ ਨੂੰਹ ਵਾਲਿਆਂ ਨੇ ਕੀ ਖੱਟਿਆ ਰਹਿ ਕੇ, ਮੇਵਾਤ ਵਾਲਿਆਂ ਨੇ। ਅਸਲ 'ਚ ਨਾ ਮਲੇਰਕੋਟਲੇ ਦੀ ਵੀ ਮੈਂ ਇਹ ਸੋਚਦਾ ਹੁੰਦਾ ਕਈ ਵਾਰ ਵੀ ਅਸੀਂ ਨਾ ਥੋੜਾ ਜਿਹਾ ਇਹਨੂੰ ਇੱਕ ਉਹ ਜੋੜ ਲੈਂਦੇ ਹਾਂ ਜਜ਼ਬਾਤੀ ਤੌਰ ਤੇ ਵੀ ਥੋੜਾ ਜਿਹਾ ਇਹਨੂੰ ਇੱਕ ਅਨਸਾਇੰਟਿਫਿਕ ਵੀ ਹੈ। ਵੈਸੇ ਏਦਾਂ ਹੁੰਦਾ ਨਹੀਂ ਵੀ ਗੁਰੂ ਜੀ ਨੇ ਇਕੱਲਾ ਕਹਿ ਦਿੱਤਾ ਵੀ ਮਲੇਰਕੋਟਲੇ ਵਾਲੇ ਬਸਦੇ ਰਹਿਣਗੇ ਤੇ ਇਸ ਕਰਕੇ ਉਹ ਬਸੇ ਹੋਏ ਨੇ। ਉਹ ਅਸਲ 'ਚ ਨਾ ਮਲੇਰਕੋਟਲੇ ਵਾਲਾ ਨਾ ਇੱਕ ਗੁਰੂ ਜੀ ਦੇ ਸ਼ਬਦ ਨਹੀਂ ਹੈਗੇ, ਇੱਕ ਸੂਰਜ ਪ੍ਰਕਾਸ਼ ਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਵੀ ਮੈਂ ਇੱਕ ਆਰਟੀਕਲ ਲਿਖਿਆ ਸੀ, ਇਸ ਵਿੱਚ ਮੈਂ ਉਹ ਰੈਫਰੈਂਸ ਉਦਾਂ ਹੀ ਭੁੱਲ ਗਿਆ ਜਿੱਦਾਂ ਹੈਗਾ ਵੀ ਮਲੇਰਕੋਟਲੇ ਦੀ ਜਿਹੜੀ ਜੜ ਉਹ ਰਹੂਗੀ ਉਹਦੇ ਵਿੱਚ ਨਾ ਸਦਾ ਸਲਾਮਤ ਰਹੂਗੀ, ਏਦਾਂ ਕਰਕੇ ਸੀ ਉਹਦੇ ਵਿੱਚੋਂ ਚੱਕਿਆ ਹੋਇਆ। ਮਤਲਬ ਉਹਦਾ ਗੁਰਬਾਣੀ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਗੁਰੂ ਸਾਹਿਬ ਨਾਲ, ਪਰ ਸਿੱਖਾਂ ਦੇ ਮਨ 'ਚ ਸੀਗਾ ਜਦੋਂ 47 ਦੀ ਇਹ ਵੱਟ ਟੁੱਕ ਹੋਈ ਨਾ ਵੀ ਦੇਖੋ ਵੀ ਇੱਥੇ ਨਵਾਬ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਅਰਾ ਮਾਰਿਆ ਸੀ ਵੀ ਅਸੀਂ ਇੱਥੇ ਨਹੀਂ ਕੁਛ ਹੋਣ ਦੇਣਾ। ਹੁਣ ਕਰਨ ਵਾਲੇ ਵੀ ਅਸੀਂ ਆਪ ਹੀ ਸੀ, ਦੇਖ ਲਓ ਸਿੱਧੀ ਜੀ ਗੱਲ ਆ, ਕਰਨ ਵਾਲੇ ਵੀ ਅਸੀਂ ਆਪ ਹੀ ਸੀ। ਫਿਰ ਅਸੀਂ ਸੋਚਿਆ ਵੀ ਚਲ ਆ ਜਿਹੜੀ ਇੱਕ ਇੱਥੇ ਨਹੀਂ ਕਰਾਂਗੇ ਅਸੀਂ, ਸਾਡੇ ਗੁਰੂ ਦੀ ਹੈਗੀ ਆ। ਪਰ ਸਵਾਲ ਤੇ ਹੈਗਾ ਨਾ ਵੀ ਜਿੱਥੇ ਕੀਤਾ ਉਹ ਵੀ ਤਾਂ ਮਤਲਬ ਉਹ ਗਲਤ ਕੀਤਾ। ਤੇ ਇਸ ਤਰ੍ਹਾਂ ਨੂੰਹ ਵਾਲਾ ਮਸਲਾ ਸੀ, ਨੂੰਹ ਵਾਲੇ ਦੇ ਤੌਰ ਤੇ ਗਾਂਧੀ ਜੀ ਦੇ ਕਹਿਣ ਤੇ ਰੁਕ ਗਏ ਸੀਗੇ, ਪਰ ਉਹ ਅੱਜ ਵਿਚਾਰੇ ਸੋਚਦੇ ਹੋਣੇ ਆ ਵੀ ਹੁਣ ਉਹਦੇ ਵਿੱਚ ਵੀ ਆਏ ਆ ਜਿਹੜੇ ਅਮੀਰ ਸੀ ਉਹ ਤਾਂ ਚਲੇ ਗਏ, ਕਿਉਂਕਿ ਉੱਥੇ ਦਾ ਜਿਹੜਾ ਕਲਚਰ ਮੇਵਾਤੀ ਕਲਚਰ ਬੜਾ ਅਮੀਰ ਹੁੰਦਾ ਸੀਗਾ, ਉਹ ਤਾਂ ਚਲੇ ਗਏ, ਸਾਰੇ ਗਰੀਬ ਵਿਚਾਰੇ ਰਹਿ ਗਏ। ਹੁਣ ਗਰੀਬਾਂ ਦਾ ਕੀ ਹਾਲ ਹੋ ਰਿਹਾ ਅਸੀਂ ਦੇਖ ਹੀ ਰਹੇ ਹਾਂ। ਸੋ ਵਾਕਿਆ ਜਿਹੜੀਆਂ ਤੁਹਾਡੀਆਂ ਗੱਲਾਂ ਨੇ, ਕੋਸ਼ਿਸ਼ਾਂ ਸਾਡੇ ਨੌਜਵਾਨ ਕਰਦੇ ਆ ਰਹੇ ਨੇ, ਪਿੱਛੋਂ ਨੌਜਵਾਨੀ ਦਾ ਖੂਨ ਹੁੰਦਾ ਵੀ ਜੁੜੀਏ। ਮੈਂ ਲਾਹੌਰ ਗਿਆ ਤੇ ਮੈਨੂੰ ਕਹਿੰਦੇ ਜੀ ਸਾਡਾ ਤਾਂ ਜੀ ਐਂ ਕਰਦਾ ਵੀ ਇੱਥੋਂ ਮੋਟਰਸਾਈਕਲ ਦੀ ਕਿੱਕ ਮਾਰੀਏ ਤੇ ਅੰਮ੍ਰਿਤਸਰ ਦੇ ਕਹਿੰਦੇ ਵੀ ਅਸੀਂ ਉੱਥੋਂ ਖਾ ਕੇ ਆਈਏ ਛੋਲੇ ਕੁਲਚੇ ਜੀ, ਤੇ ਸ਼ਾਮ ਨੂੰ ਘੁੰਮਾ ਕੇ ਉੱਥੋਂ ਲਾਹੌਰ ਆ ਜਾਈਏ ਤੇ ਤੁਸੀਂ ਇੱਥੇ ਆਓ। ਇਹ ਗੱਲਾਂ ਜਿਹੜੇ ਨੌਜਵਾਨ ਬੱਚਿਆਂ ਨਾਲ ਗੱਲ ਕਰਦੇ ਨੇ ਉਹਨਾਂ ਦੀਆਂ ਮਨ ਦੀਆਂ ਜਿਹੜੀਆਂ ਨਾ ਰੀਝਾਂ ਆਹੀ ਨੇ। ਇਹ ਅਸਲ ਵਿੱਚ ਨਾ ਇਹੀ ਇੱਕ ਚੀਜ਼ ਹੈਗੀ ਹੈ ਕਿ ਦੇਖੋ 76 ਸਾਲਾਂ ਦੇ ਵਿੱਚ ਨਾ ਸਾਨੂੰ ਆਪਸ ਵਿੱਚ ਦੂਰੀਆਂ ਬਹੁਤ ਪਾਈਆਂ, ਪਰ ਅਜੇ ਵੀ ਉਹ ਦੂਰੀਆਂ ਨਾ ਪੰਜਾਬੀਆਂ 'ਚ ਪੈ ਨਹੀਂ ਸਕੀਆਂ ਹੈਗੀਆਂ। ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਕਹਾਣੀ ਦਰ ਕਹਾਣੀਆਂ ਚੱਲੀਆਂ ਆ ਰਹੀਆਂ, ਉਹ ਆਪਣੇ ਦਾਦਿਆਂ ਤੋਂ ਸੁਣਦੇ ਰਹੇ ਨੇ, ਪੜਦਾਦਿਆਂ ਤੋਂ ਸੁਣਦੇ ਰਹੇ ਨੇ, ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਅੱਜ ਵੀ ਮਤਲਬ ਉਰੇ ਉਧਰਲੇ ਸੰਗੀਤ ਨੂੰ ਪਸੰਦ ਕੀਤਾ ਜਾਂਦਾ ਇੱਧਰਲੇ ਪੰਜਾਬ 'ਚ, ਤੇ ਉਧਰ ਵਾਲੇ ਸਾਡੇ ਸੰਗੀਤ ਨੂੰ ਬਹੁਤ ਪਸੰਦ ਕਰਦੇ ਨੇ ਸਾਰੇ। ਕਿਉਂਕਿ ਸਾਡੀਆਂ ਸਰਕਾਰ ਇਸ ਮਾਮਲੇ 'ਚ ਪਾਕਿਸਤਾਨ ਵਾਲਾ ਮਾਮਲੇ 'ਚ ਮੈਨੂੰ ਹਾਲੇ ਥੋੜਾ ਪਾਕਿਸਤਾਨ ਲਚਕੀਲਾ ਲੱਗਦਾ ਉਦਾਹਰਨ ਦੇ ਤੌਰ ਤੇ। ਹਾਂ, ਬਹੁਤ ਲਚਕੀਲਾ। ਸਾਡੀਆਂ ਜਿਹੜੀਆਂ ਫਿਲਮਾਂ ਨੇ ਉੱਥੇ ਆਰਾਮ ਨਾਲ ਦਿਖਾਈਆਂ ਜਾਂਦੀਆਂ ਨੇ ਸਿਨੇਮੇ ਘਰਾਂ ਦੇ ਵਿੱਚ, ਠੀਕ ਹੈ। ਤੇ 60ਵੇਂ ਦੇ ਦੌਰ ਤੋਂ ਬਾਅਦ ਪਾਕਿਸਤਾਨ ਦੀ ਕੋਈ ਫਿਲਮ ਸਾਡੇ ਇੰਡੀਅਨ ਪੰਜਾਬ 'ਚ ਨਹੀਂ ਜਾਂ ਇੰਡੀਆ ਦੇ ਵਿੱਚ ਨਹੀਂ ਦਿਖਾਈ ਗਈ। ਸਿਰਫ ਕਿਸੇ ਸਿਨੇਮੇ 'ਚ ਲੱਗੀ ਨਹੀਂ, 60 ਤੱਕ ਤਾਂ ਲੱਗਦੀ ਰਹੀ ਆ। ਸਾਡੇ ਬਜ਼ੁਰਗਾਂ ਨੂੰ ਯਾਦ ਹੋਣਾ ਸਾਰੀਆਂ ਯੱਕੇ ਵਾਲੀ ਜਾਂ ਹੋਰ ਏਦਾਂ ਦੁੱਲਾ ਭੱਟੀ ਫਿਲਮਾਂ ਵਗੈਰਾ, ਜਾਂ ਉਹਦੇ ਗਾਣੇ ਵੀ ਵਾਸਤਾ ਏ ਰੱਬ ਦਾ ਤੂੰ ਜਾਵੇਂ ਵੇ ਕਬੂਤਰ, ਸਾਰੇ ਗਾਣੇ ਯਾਦ ਹੋਣੇ, ਕਿਉਂਕਿ ਉਹ 60 ਦਾ ਦੌਰ ਸੀ। 60 ਦੇ ਦੌਰ ਤੋਂ ਬਾਅਦ ਅਸੀਂ ਇੰਨੇ ਰਿਜਿਡ ਹੋ ਗਏ ਕਿ ਅਸੀਂ ਉਹ ਫਿਲਮਾਂ ਨਹੀਂ ਚੱਲਣ ਦਿੱਤੀਆਂ ਸਾਡੀਆਂ। ਤੇ ਅੱਛਾ, ਉੱਥੇ ਵਾਲਿਆਂ ਨੇ ਫਿਲਮਾਂ ਲਾਈਆਂ ਵੀ, ਸਿਨੇਮੇ ਘਰਾਂ ਚੱਲਦੀਆਂ ਸਨ, ਉਲਟਾ ਸਾਡੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਉਹਨਾਂ ਦੀ ਲਾਲੀਵੁੱਡ ਦਾ ਨੁਕਸਾਨ ਕੀਤਾ। ਬਿਲਕੁਲ। ਅੱਛਾ, ਦੂਜੇ ਪਾਸੇ ਚੀਜ਼ ਇਹ ਰਹੀ ਕਿ ਸਾਡੇ ਵਾਲਿਆਂ ਨੇ ਜਿਹੜਾ ਸਾਨੂੰ ਦਿਖਾਇਆ ਹੀ ਨਹੀਂ ਵੀ ਉੱਥੇ ਕੌਣ ਆ। ਮੈਂ ਤੁਹਾਨੂੰ ਉਦਾਹਰਨ ਤੌਰ ਤੇ ਦੱਸਦਾ, ਪਾਕਿਸਤਾਨੀ ਬੱਚੇ ਤੋਂ ਪੁੱਛ ਲਓ ਵੀ ਇੰਡੀਅਨ ਹੀਰੋਜ਼ ਦੇ 10 ਤੇ 9 ਦੱਸਦੇ, ਉਹ ਤੁਹਾਨੂੰ 50 ਦੇ 9 ਦੱਸੂਗਾ। ਤੁਸੀਂ ਇੱਥੇ ਕਿਸੇ ਇੰਡੀਅਨ ਤੋਂ ਪੁੱਛ ਲਓ ਵੀ ਪਾਕਿਸਤਾਨ ਦੇ ਮੈਨੂੰ 10 ਹੀਰੋਇਨ ਦੇ 9 ਦੱਸਦੇ, ਕਿਸੇ ਨੂੰ ਨਹੀਂ ਪਤਾ। 2 ਦੇ 9 ਦੱਸ ਦੂਗਾ ਤਾਂ ਮੈਂ ਮੰਨ ਜੂਗਾ। ਮੈਨੂੰ ਨਹੀਂ ਲੱਗਦਾ 2 ਵੀ ਨਹੀਂ ਪਤਾ ਹੋਣੇ ਕਿਸੇ ਨੂੰ। ਹਾਂ, ਸੋ ਇਸ ਕਰਕੇ ਉਹਨੂੰ ਨਹੀਂ ਪਤਾ ਕਿ ਸਾਇਮਾ ਕੌਣ ਹੈ, ਉਹ ਨਹੀਂ ਜਾਣਦਾ ਮੀਰਾ ਕੌਣ ਹੈ, ਉਹ ਨਹੀਂ ਜਾਣਦਾ ਲੈਲਾ ਕੌਣ ਹੈ, ਉਹ ਨਹੀਂ ਜਾਣਦਾ ਹੈਗਾ ਜਿਹੜਾ ਹੈਗਾ ਆਪਣਾ ਸ਼ਾਨ ਕੌਣ ਹੈ, ਉਹ ਨਹੀਂ ਜਾਣਦਾ ਹੈਗਾ ਮੁਹੰਮਦ ਰਾਣਾ ਕੌਣ ਹੈ। ਉਹਨਾਂ ਨੂੰ ਨਹੀਂ ਪਤਾ ਇਹਨਾਂ ਦਾ। ਤੇ ਇਸ ਕਰਕੇ ਆ ਵੀ ਮੇਰੇ ਖਿਆਲ ਉਹਨਾਂ ਦੇ ਵਿਗਿਆਨ 'ਚ ਵਾਧਾ ਕਰਤਾ 7, 8, 9 ਲੈ ਕੇ ਮੇਰੇ ਖਿਆਲ। ਜੀ। ਚਲੋ ਆਪਾਂ ਦੂਜੀ ਕਾਲ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 92 164 10 666 ਤੇ।
ਜੀ ਹਾਂਜੀ ਦਾਨੀਵਾਲੀਆ ਸਾਹਿਬ, ਸ਼ਵਿੰਦਰ ਜੀ, ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਜੀ। ਦਾਨੀਵਾਲੀਆ ਸਾਹਿਬ, ਤੁਸੀਂ ਨਾ ਹੁਣ ਗੱਲ ਕੀਤੀ ਸੀ ਕਿ ਵੀ ਵਣ ਤੇ ਕੰਮ, ਇੱਕ ਆਪਣੇ ਹੈਗਾ ਪੰਜਾਬ ਦਾ ਸਾਵਲ ਧਾਮੀ, ਉਹਨੇ ਬਹੁਤ ਜ਼ਿਆਦਾ ਕੰਮ ਹਾਂ, ਕੀਤਾ ਹੋਇਆ ਜੀ। ਵਣ ਤੇ, ਔਰ ਕਰ ਰਿਹਾ ਹੈਗਾ ਉਹ। ਤੇ ਮੇਰਾ ਜੀ। ਬੜਾ ਵਧੀਆ ਮਿੱਤਰ ਹੈਗਾ, ਤੇ ਆਪਾਂ ਗੱਲ ਵੀ ਮੈਂ ਕਰਵਾ ਦੂੰਗਾ ਤੁਹਾਡੀ, ਜੇ ਤੁਸੀਂ ਫ੍ਰੀ ਹੋਏ। ਜੀ ਜੀ ਤੇ ਬਹੁਤ ਜ਼ਿਆਦਾ ਮਟੀਰੀਅਲ ਉਹਦੇ ਕੋਲ, ਕੱਲੀ ਫੈਮਿਲੀ ਨੂੰ ਉਹਨੇ ਪਿਛਲੇ ਕਈ ਸਾਲਾਂ ਤੋਂ ਚੱਕ, ਕੱਲੀ ਫੈਮਿਲੀ ਦਾ ਬਾਇਓਡਾਟਾ ਉਹਦੇ ਕੋਲ ਸਾਰਾ। ਉਹ ਮੁੰਡਾ ਉਧਰ ਕੀ ਕਹਿੰਦੇ, ਕੀ ਹੈ ਮੁੰਡੇ ਉਹ ਦਾ, ਢਿੱਲੋਂ ਕੀ ਆ? ਨਾਸਿਰ ਢਿੱਲੋਂ। ਹਾਂ, ਉਹ ਵੀ ਨਾਸਿਰ ਬੜਾ ਢਿੱਲੋਂ। ਅੱਛਾ ਕੰਮ ਕਰ ਰਿਹਾ ਉਧਰ। ਜੀ। ਇਹ ਵੀ ਸਾਵਲ ਉਹਦੇ ਨਾਲ ਧਾਮੀ ਹੈ, ਇਹਨਾਂ ਦਾ ਕਨੈਕਸ਼ਨ ਦੋਨਾਂ ਦਾ ਹੀ ਕਾਫੀ ਵਾਰੀ, ਇਹ ਦੋਨੇ ਵੀ। ਤੇ ਪਰ ਇਹ ਸਾਵਲ ਧਾਨੀ ਨੇ ਬਹੁਤ ਜ਼ਿਆਦਾ ਕੰਮ ਕੀਤਾ, ਬਹੁਤ ਜ਼ਿਆਦਾ ਮਟੀਰੀਅਲ ਆਪਾਂ ਨੂੰ ਉਹਦੇ ਕੋਲੋਂ ਹੁਣ ਇੱਧਰ ਆਪਣੇ ਮੁੰਡਾ ਆਪਣੇ ਗੁਰਦਰਸ਼ਨ ਸੰਧੂ ਹੈ, ਆਰਿਫ ਕੇ ਵਾਲਾ, ਉਹ ਵੀ ਬਹੁਤ ਕੰਮ ਜਵਿੱਡਿਆ, ਉਹਨੇ ਚੰਗਾ ਕੰਮ ਕਰ ਰਿਹਾ। ਚਲੋ ਆਪਾਂ ਅਗਲੀ ਗੱਲ ਨੂੰ ਵਧੀਏ ਜੀ, ਕਿਉਂਕਿ ਸਮਾਂ ਵੀ ਆਪਣਾ ਥੋੜਾ ਜਿਹਾ। ਸਾਵਲ ਧਾਮੀ ਮੈਂ ਦੱਸਦਾ ਭਾਜੀ ਨੂੰ ਕਿ ਮੇਰਾ ਵੀ ਮਿੱਤਰ ਹੈ, ਬਹੁਤ ਅੱਛਾ ਕਹਾਣੀਕਾਰ ਵੀ ਹੈ ਪੰਜਾਬੀ ਦਾ, ਤੇ ਉਹਨੇ 47 ਨਾਮਾ YouTube ਚੈਨਲ ਬਣਾਇਆ ਹੋਇਆ। ਉਹ ਵੈਸੇ ਗਾਹੇ ਬਗਾਹੇ ਦੇਖਣਾ ਚਾਹੀਦਾ। ਉਹ ਕਾਫੀ ਕਹਾਣੀਆਂ ਆਪਣੀਆਂ ਜਿਹੜੇ ਉਹਨੇ ਇਕੱਠੀਆਂ ਕੀਤੀ, ਦਸਤਾਵੇਜ਼ ਦੇ ਤੌਰ ਤੇ ਇਕੱਤਰ ਕੀਤੀਆਂ ਹੋਈਆਂ, ਉਹ ਦੇਖਣ ਸੁਣਨ ਵਾਲਾ ਚੈਨਲ ਆ ਉਹਦਾ। ਜੀ। ਤੇ ਹੁਣ ਆਪਾਂ ਥੋੜਾ ਜਿਹਾ ਮੇਵਾਤ ਵੱਲ ਚੱਲੀਏ, ਫਿਰ ਪੰਜਾਬ ਵੱਲ ਆਵਾਂਗੇ। ਮੇਵਾਤ ਵਾਲੇ ਕਹਿੰਦੇ ਟਿਕਦੇ ਨਹੀਂ, ਕਹਿੰਦੇ ਆਪਣੇ ਮੇਵਾਤ ਵਾਲਿਆਂ ਨੇ ਪਹਿਲਾਂ ਕਿਹਾ ਵੀ ਉਹਨਾਂ ਨੇ ਕੀ ਖੱਟਿਆ ਨਾਲ ਰਹਿ ਕੇ, ਨੂੰਹ ਵਾਲਿਆਂ ਨੇ, ਤੇ ਹੁਣ ਕਹਿੰਦੇ ਫਿਰ ਯਾਤਰਾ ਕੱਢਤੀ, ਕਹਿੰਦੇ ਵੀ ਅਸੀਂ ਤਾਂ ਕੱਢ ਕੇ ਦਿਖਾਵਾਂਗੇ। ਅਸਲ 'ਚ ਨਾ ਇਹ ਸਰਕਾਰ ਦੀ ਪੁਸ਼ਤ ਪਨਾਹੀ ਹੇਠ ਦੁਬਾਰਾ ਇਹ ਯਾਤਰਾ ਕਰਨਾ ਚਾਹੁੰਦੇ ਆ 28 ਤਰੀਕ ਨੂੰ। ਇਹ ਕਹਿੰਦੇ ਕਿ ਅਸੀਂ, ਸਾਡੀ ਜਿਹੜੀ ਯਾਤਰਾ ਵਾ ਉਹ ਪੂਰੀ ਹਲੇ ਰੂਟ ਤੇ ਗਈ ਨਹੀਂ ਸੀ, ਇਸ ਕਰਕੇ ਅਸੀਂ ਯਾਤਰਾ ਕਰਾਂਗੇ ਜੀ। ਪਰ ਯਾਦ ਰੱਖੋ ਵੀ ਯਾਤਰਾ ਨਹੀਂ ਕਰਨੀ, ਇਹਦਾ ਮਤਲਬ ਹੈਗਾ ਕਿ ਇਹ ਅਸਲ ਵਿੱਚ ਉਸੇ ਤਰ੍ਹਾਂ ਹਿੰਸਾ ਭੜਕਾਉਣਾ ਚਾਹੁੰਦੇ ਨੇ। ਤੇ ਜੇਕਰ ਤੁਸੀਂ ਥੋੜਾ ਜਿਹਾ ਵੀ ਸੈਂਸਿਟਿਵ ਹੋ, ਤੁਸੀਂ ਗੰਭੀਰ ਹੋ ਗਏ ਇਸ ਮੁੱਦੇ ਦੇ ਉੱਤੇ, ਤਾਂ ਤੁਸੀਂ, ਕੋਈ ਵੀ ਸਰਕਾਰ ਉਹ ਯਾਤਰਾ ਨਹੀਂ ਕੱਢਣ ਦੇਗੀ ਜੀ। ਉਹ ਕਹੇਗੀ ਕਿ ਯਾਤਰਾ ਨਹੀਂ ਹੋਣੀ ਚਾਹੀਦੀ ਹੈਗੀ, ਕਿਉਂਕਿ ਲੋਕਾਂ ਦੇ ਲਹੂ ਦੀ ਕੀਮਤ ਜਿਹੜੀ ਯਾਤਰਾ 'ਚ ਨਹੀਂ ਹੋ ਸਕਦੀ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਯਾਤਰਾ ਹੁੰਦੀ ਵੀ ਸੀ, ਜਿਹੜੇ ਕਈ ਸਾਲਾਂ ਤੋਂ ਹੋ ਰਹੀ ਹੈ, ਜਿਹੜਾ ਰੂਟ ਇਹਨਾਂ ਨੇ ਹੁਣ ਲਿਆ ਹੋਇਆ ਬਜਰੰਗ ਦਲੀਆਂ ਨੇ ਜਾਂ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ, ਇਹ ਰੂਟ ਨਹੀਂ ਹੁੰਦਾ ਸੀਗਾ। ਇਹਦਾ ਇੱਕ ਆਪਣਾ ਰੂਟ ਸੀ, ਜਿਹੜੇ ਰੂਟ ਤੋਂ ਸਦੀਆਂ ਤੋਂ ਚੱਲੀ ਆ ਰਹੀ ਹੈ। ਜਦੋਂ ਯਾਤਰਾ ਨਿਕਲਦੀ ਸੀ ਤਾਂ ਮੁਸਲਮਾਨ ਜਿਹੜੇ ਭਾਈਚਾਰੇ ਦੇ ਲੋਕ ਉਹਨਾਂ ਨੂੰ ਆਪਣੇ ਘਰ ਦਿੰਦੇ ਸੀ ਰਹਿਣ ਨੂੰ, ਉਹਨਾਂ ਨੂੰ ਆਪਣੀਆਂ ਸ਼ਰਾਵਾਂ ਦਿੰਦੇ ਹੁੰਦੇ ਸੀ ਰਹਿਣ ਵਾਸਤੇ। ਪਰ ਇਹ ਰੂਟ ਗਲਤ ਜਾਣਬੁੱਝ ਕੇ ਕੱਢ ਰਹੇ ਆ, ਤੇ ਪ੍ਰਸ਼ਾਸਨ ਇਹਨਾਂ ਨਾਲ ਖੜਾ ਹੈਗਾ ਜਿਹੜੇ ਐਲੀਮੈਂਟਸ ਦੇ ਨਾਲ। ਉਹ ਤਾਂ ਫਿਰ ਆਈ ਹੈ ਨਾ ਜੀ, ਫਿਰ ਕਰਦੇ ਹੀ ਹੈ। ਤੇ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦਾ, ਐਡੇ ਲੰਮੇ ਹੜ੍ਹ ਕਿਤੇ ਸੁਣੇ ਨਹੀਂ ਸੀ। ਆਉਂਦਾ ਸੀ, ਝੱਲ ਆਇਆ ਪਾਣੀ ਦਾ, ਚਲੋ ਲੰਘ ਗਿਆ, ਨੁਕਸਾਨ ਕਰ ਗਿਆ। ਹੁਣ ਤਾਂ ਧੁਰਲੀਆਂ ਲੈ ਕੇ ਆਉਂਦਾ, ਮੋੜ ਕੇ ਆਉਂਦਾ। ਸਾਡੇ ਕੋਲ ਨਾ ਅਸਲ 'ਚ ਆਏ ਆ ਵੀ ਚਲੋ ਹੜ੍ਹ ਤਾਂ ਕਦੇ ਆਉਂਦੇ ਰਹੇ ਹੋਣਗੇ ਪਹਿਲਾਂ ਵੀ, ਪਰ ਮਸਲਾ ਹੈਗਾ ਵੀ ਜਿਹੜਾ ਹੁਣ ਜਿੰਨੀ ਛੇਤੀ, ਇੱਕ ਪਾਸੇ ਤਾਂ ਅਸੀਂ ਗੱਲਾਂ ਕਰਦੇ ਹਾਂ ਡਿਵੈਲਪਮੈਂਟ ਦੀਆਂ, ਪਰ ਉਹ ਥੋੜਾ ਜਿਹਾ ਪਾਣੀ ਆ ਕੇ ਸਾਡਾ ਸਾਰਾ ਨੁਕਸਾਨ ਕਰ ਜਾਂਦਾ। ਇਹਦਾ ਮਤਲਬ ਇਹ ਹੈ ਵੀ ਅਸੀਂ ਜਿਹੜਾ ਅੱਜ ਦੇ ਸਮੇਂ 'ਚ ਵੀ, ਵਿਗਿਆਨ ਦੇ ਸਮੇਂ 'ਚ ਵੀ, ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਉਹਦੇ ਵਿੱਚ ਬੇਈਮਾਨੀਆਂ ਕੀਤੀਆਂ ਹੋਈਆਂ। ਨਹੀਂ ਤਾਂ ਦੇਖੋ, ਜਿੱਥੇ ਤੱਕ ਅਸੀਂ ਪਹੁੰਚ ਚੁੱਕੇ ਹਾਂ ਨਾ ਅੱਜ ਵਿਕਾਸ ਦੇ ਤੌਰ ਤੇ, ਉੱਥੇ ਹੜ੍ਹ ਹੁੜ ਨਾਲ ਬੰਦੇ ਮਰਨੇ ਨਹੀਂ ਚਾਹੀਦੇ ਹੈਗੇ। ਨਿਕਾਸੀ ਦਾ ਬੜਾ ਜ਼ਬਰਦਸਤ ਪ੍ਰਬੰਧ ਹੋਣਾ ਚਾਹੀਦਾ ਸੀ। ਇੱਥੇ ਹੁਣ ਕਹਾਣੀ ਇਹ ਹੈਗੀ ਆ ਵੀ ਅਸੀਂ ਇੱਕ ਜਿਹੜਾ ਵਿਕਾਸ ਦਾ ਮਾਡਲ ਚੁਣਿਆ, ਉਹ ਅਨਸਾਇੰਟਿਫਿਕ ਚੁਣਿਆ ਹੈਗਾ। ਉਦਾਹਰਨ ਦੇ ਤੌਰ ਤੇ ਵੀ ਅੰਗਰੇਜ਼ਾਂ ਦੀਆਂ ਬਣਾਈਆਂ ਰੇਲ ਪਟੜੀਆਂ ਨਾਲ ਤਾਂ ਕੋਈ ਨੁਕਸਾਨ ਨਹੀਂ ਹੋਇਆ ਹੁੰਦਾ, ਤੇ ਸਾਡੇ ਵਾਲੀਆਂ ਖੁਰੀ ਜਾਂਦੀਆਂ ਜੀ, ਬੜੀ ਛੇਤੀ ਹੋ ਜਾਂਦੀਆਂ। ਅਸੀਂ ਹੁਣ ਪੁਲ ਬਣਾਤੇ, ਉਹਦੇ ਵਿੱਚ ਪਾਣੀ ਦਾ ਨੁਕਸਾਨ, ਪੁਲੀ ਬਣਾਤੀ ਕੋਈ, ਉੱਥੇ ਪਾਣੀ ਕਿਵੇਂ ਨਿਕਲੂਗਾ ਉਹਦਾ ਅਸੀਂ ਪ੍ਰਬੰਧ ਨਹੀਂ ਕੀਤਾ। ਅਸੀਂ ਹੁਣ ਮਕਾਨ ਕੱਟਣ ਲੱਗ ਗਏ, ਉਹਦੇ ਵਿੱਚ ਪਾਣੀ ਕਿੱਥੋਂ ਨਿਕਾਸ ਹੋਊ, ਕਿਵੇਂ ਰਹੂਗਾ, ਕਿਵੇਂ ਉਹਦਾ ਬਹਾਅ ਹੋਊਗਾ, ਉਹਦਾ ਕੋਈ ਇੰਤਜ਼ਾਮ ਨਹੀਂ ਹੈਗਾ। ਇਹਦਾ ਮਤਲਬ ਕੀ ਹੈ ਕਿ ਅਸੀਂ ਸਾਇੰਸ ਨੂੰ ਨਾ ਜਿਹੜਾ ਆਪਣੇ ਨਿੱਜੀ ਮਫਾਦ ਲਈ ਵਰਤਿਆ, ਅਸੀਂ ਉਹਨੂੰ ਜਿਹੜਾ ਆਪਣੇ ਪੈਸੇ ਇਕੱਠੇ ਕਰਨ ਲਈ ਵਰਤਿਆ ਹੈਗਾ, ਉਹਨੂੰ ਮਨੁੱਖਤਾ ਦੇ ਭਲੇ ਲਈ ਨਹੀਂ ਵਰਤਿਆ ਜੀ। ਬਸ ਇਹੀ ਗੱਲਾਂ ਨੇ ਜੀ। ਤੇ ਹੁਣ ਆਪਾਂ ਜੇ ਗੱਲ ਕਰੀਏ ਤਾਂ ਪੰਚਾਇਤਾਂ ਦੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਹਾਂਜੀ, ਪੰਚਾਇਤਾਂ ਨੂੰ ਭੰਗ ਕਰਕੇ ਕੀ ਖੱਟਿਆ ਪੰਜਾਬ ਸਰਕਾਰ ਨੇ? ਦੇਖੋ, ਪਹਿਲੀ ਗੱਲ ਹੈ ਕਿ ਅਸੀਂ ਮੰਨਦੇ ਹਾਂ ਕਿ ਜਿਹੜੀ ਪੰਚਾਇਤ ਦੀ ਇਕਾਈ ਹੈ ਦਾਨੀਵਾਲੀਆ ਸਾਹਿਬ, ਇਹ ਲੋਕਤੰਤਰ ਦੀ ਮੁੱਢਲੀ ਇਕਾਈ ਹੈ। ਲੋਕਤੰਤਰ ਦਾ ਜਦੋਂ ਅਸੀਂ ਗੱਲ ਕਰਦੇ ਹਾਂ, ਇਹਦੀ ਨਰਸਰੀ ਜਮਾਤ ਹੈ। ਹੁਣ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਕਰਾਉਣੀ ਆ, ਵਿਧਾਨ ਸਭਾ ਦੀ ਇਲੈਕਸ਼ਨ ਕਰਾਉਣੀ ਹੈ, ਤੁਸੀਂ ਮਹੀਨਾ ਕੁ ਪਹਿਲਾਂ ਜਾ ਕੇ ਜਿਹੜਾ ਜਾਬਤਾ ਲੱਗਦਾ ਹੁੰਦਾ, ਤੇ ਸਗੋਂ 8-9 ਮਹੀਨੇ ਪਹਿਲਾਂ ਤਾਂ ਤੁਸੀਂ ਗ੍ਰਾਂਟਾਂ ਦੇ ਉਹ ਲੋਕਾਂ ਨੂੰ ਪੁੰਨਦਾਨੀ ਕਰਨ ਲੱਗ ਜਾਂਦੇ ਵੀ ਆਹ ਐਲਾਨ ਕਰਤਾ, ਕਿਉਂਕਿ ਸਾਰਾ ਸਾਲ 4 ਸਾਲ ਤਾਂ ਕੰਮ ਨਹੀਂ ਕਰਦੇ, 4.5 ਸਾਲ ਅਖੀਰ ਵਾਲੇ 6 ਮਹੀਨੇ 'ਚ ਕੰਮ ਕਰਦੇ ਹੋ। ਦੂਜੇ ਪਾਸੇ ਪੰਚਾਇਤਾਂ ਨੂੰ ਤੁਸੀਂ ਜਿਹੜਾ ਜਾ ਕੇ ਉੱਥੇ ਰੋਕਾਂ ਲਾਉਣ ਨੂੰ ਫਿਰਦੇ ਹੋ। ਤੁਸੀਂ
ਕਹਿੰਦੇ ਵੀ ਪੰਚਾਇਤਾਂ ਭੰਗ ਕਰਤੀਆਂ, ਹੁਣ ਇਹਦੀ ਜੀ ਕੋਈ ਅਸੀਂ ਗ੍ਰਾਂਟ ਨਹੀਂ ਦੇਵਾਂਗੇ। ਪਹਿਲਾਂ ਐਂ ਤਾਂ ਦੱਸੋ ਨਾ ਇਲੈਕਸ਼ਨ ਕਦੋਂ ਹੋਣੀ ਹੈ? ਇਹੀ ਨਹੀਂ ਪਤਾ। ਇਲੈਕਸ਼ਨ ਦਾ ਤਾਂ ਪਤਾ ਨਹੀਂ ਜੀ, ਕਨਸੋਂ ਆ ਰਹੀਆਂ ਨੇ ਜੀ ਨਵੰਬਰ ਦਸੰਬਰ ਚ ਹੋਊ, ਮੰਨ ਲਓ ਜੀ ਵੈਸੇ ਨਵੰਬਰ ਜੀ ਪਤਾ ਦਸੰਬਰ ਹੀ ਹੁੰਦਾ। ਦੇਖੋ ਮੈਨੂੰ ਤਾਂ ਇੰਨਾ ਕੁ ਯਾਦ ਹੈ ਕਿ ਦਸੰਬਰ ਦੇ ਵਿੱਚ ਜਿਹੜਾ ਹੈਗਾ ਪਹਿਲੇ ਅਖੀਰਲੇ ਹਫਤੇ ਜਿਹੜੀਆਂ ਚੋਣਾਂ ਹੁੰਦੀਆਂ, ਇੰਨਾ ਕੁ ਮੈਨੂੰ ਯਾਦ ਹੈ। ਕਿੰਨੇ ਸਾਲ ਹੋ ਗਏ ਲਗਾਤਾਰ, ਬੇਅੰਤ ਸਿੰਘ ਵੇਲੇ ਤੋਂ ਲੈ ਲਓ, ਇਹੀ ਰੁੱਤ ਹੁੰਦੀ ਸੀ। ਇਹਦੇ ਵਿੱਚ ਇਹ ਹੈ ਨਾ ਕਿ ਉਹ ਤਾਂ 5 ਸਾਲ ਦੇ ਹਿਸਾਬ ਨਾਲ ਆਪਾਂ ਗਿਣਦੇ ਆ, ਇਹਨਾਂ ਨੇ ਤਾਂ ਕੋਈ ਦੱਸਿਆ ਨਹੀਂ ਹੈਗਾ ਨਾ। ਇਹ ਤੋਂ ਪਹਿਲਾਂ ਵੀ ਹੁੰਦੇ ਰਹੀ ਤਾਂ ਸਭ, ਜੇ ਤੁਹਾਨੂੰ ਯਾਦ ਹੋਵੇ ਕਿ ਆਪਾਂ ਜਿਹੜੀ 13 ਚ ਇਲੈਕਸ਼ਨ ਹੋਈ ਸੀਗੀ ਆਪਣੇ ਪੰਜਾਬ ਦੇ ਵਿੱਚ ਜੀ, 13 ਚ ਇਲੈਕਸ਼ਨ ਜੁਲਾਈ ਅਗਸਤ ਮਹੀਨੇ ਚ ਹੋਈ ਸੀਗੀ। ਤੇ ਇਸ ਤਰ੍ਹਾਂ ਮੈਨੂੰ ਨਹੀਂ ਯਾਦ, ਹਾਂ ਮੇਰੇ ਯਾਦ ਹੈ। ਜੇਕਰ ਜਿਹੜੀ 18 ਚ ਹੋਈ ਸੀਗੀ ਉਹ ਵੀ ਦਸੰਬਰ ਤੋਂ ਪਹਿਲਾਂ ਹੋਈ ਸੀਗੀ ਇਲੈਕਸ਼ਨ। ਤੇ ਹੁਣ ਜਿਹੜਾ ਮਿੱਥਿਆ ਹੋਇਆ ਟਾਈਮ ਹੈ ਕਿ ਉਹ ਇਹਨਾਂ ਨੇ ਲੰਘਾ ਦਿੱਤਾ ਜੀ। ਹੁਣ ਪਤਾ ਨਹੀਂ ਸਾਨੂੰ ਵੀ ਕੀ ਕਾਰਨ ਹੈ, ਕਿਉਂ ਨਹੀਂ ਇਹ ਇਲੈਕਸ਼ਨ ਕਰਾਉਣਾ ਚਾਹੁੰਦੇ ਜਾਂ ਕੀ ਕਹਾਣੀ ਹੈ। ਇੱਕ ਤਾਂ ਉਸ ਹਿਸਾਬ ਨਾਲ ਜਿਹੜਾ ਪਿਛਲੇ ਹਿਸਾਬ ਦੇ ਨਾਲ 5 ਸਾਲ ਤਾਂ ਹੋ ਗਏ ਆ, ਫਿਰ ਇਹਦਾ ਮਤਲਬ ਤੁਸੀਂ ਕਿਉਂ ਲੇਟ ਕਰ ਰਹੇ ਹੋ, ਸਾਨੂੰ ਇਹ ਸਮਝਾ ਦਿਓ। ਦੂਜੀ ਗੱਲ, ਜਦੋਂ ਤੁਹਾਨੂੰ ਹਾਲੇ ਪਤਾ ਹੀ ਨਹੀਂ ਕਿ ਚਲੋ ਭਾਈ ਮੰਨ ਲਿਆ ਤੁਸੀਂ ਇਲੈਕਸ਼ਨ ਥੋੜਾ ਲੇਟ ਕਰਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਅਸੀਂ 2 ਮਿੰਟ ਲਈ ਮੰਨ ਲਿਆ ਵੀ ਤੁਹਾਡੇ ਕੋਲ ਪ੍ਰਬੰਧ ਨਹੀਂ, ਹਾਲਾਂਕਿ ਦਲੀਲ ਲੋਕਤੰਤਰ ਚ ਮੰਨੀ ਨਹੀਂ ਜਾ ਸਕਦੀ। ਜੇਕਰ ਏਦਾਂ ਦੀ ਗੱਲ ਹੈ ਫਿਰ ਪੰਚਾਇਤਾਂ ਹੁਣੀ ਕਿਉਂ ਭੰਗ ਕਰ ਰਹੇ ਹੋ ਤੁਸੀਂ? ਉਹਨਾਂ ਦੇ ਫਿਰ ਉਹਨਾਂ ਦੀ ਤੁਸੀਂ ਗ੍ਰਾਂਟਾਂ ਦੇ ਵੀ ਰੋਕ ਲਾ ਦਿੱਤੀ ਹੈਗੀ ਹੈ। ਬਹੁਤ ਸਾਰੀਆਂ ਗ੍ਰਾਂਟਾਂ ਤਾਂ ਆਈਆਂ ਹੋਈਆਂ ਉਹੀ ਚਲੀਆਂ ਗਈਆਂ ਉਹਨਾਂ ਦੇ ਕੋਲੋਂ, ਤੇ ਕਈ ਤਾਂ ਲੱਗਣ ਨਹੀਂ ਦਿੱਤੀਆਂ ਜੀ। ਜਦੋਂ ਆਪਾਂ ਸਰਕਾਰ ਬਣ ਗਈ, ਜਿਹੜੇ ਕੜਮ ਚੌਧਰੀ ਸੀਗੇ ਉਹ ਬਿਨਾਂ ਗੱਲ ਤੋਂ ਹੀ ਧੱਕੇ ਨਾਲ ਪੰਚਾਇਤਾਂ ਨੂੰ, ਸਰਪੰਚਾਂ ਨੂੰ ਕੀ ਕਹਿੰਦੇ ਸਸਪੈਂਡ ਕਰਾ ਕੇ ਆਪ ਬਹਿ ਗਏ। ਉਹ ਨਾ ਲੱਗੀ ਨਾ ਕੀਤੀ, ਬਸ ਹਮ ਇਸਕੀ ਕਰਾਂਗੇ ਹਮ ਉਸਕੀ ਕਰਾਂਗੇ, ਉਹੀ ਗੱਲ ਹੋਈ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹਦਾ ਤਾਂ ਚਲੋ ਵਿਰੋਧ ਤਾਂ ਹੋ ਰਿਹਾ ਵਾ, ਵਿਰੋਧੀ ਪਾਰਟੀਆਂ ਵੀ ਕਰ ਰਹੀਆਂ, ਪਰ ਇਹ ਲੋਕਤੰਤਰ ਦੀ ਮੁੱਢਲੀ ਇਕਾਈ ਦਾ ਨਾ ਘਾਣ ਹੈ। ਤੇ ਇੱਥੋਂ ਇਹ ਵੀ ਪਤਾ ਲੱਗਦਾ ਕਿ ਤੁਹਾਡਾ ਲੋਕਤੰਤਰ ਦੇ ਵਿੱਚ ਯਕੀਨ ਐਸਾ ਹੈ ਵੈਸੇ ਹੀ। ਤੇ ਮਣੀਪੁਰ ਦੇ ਮਾਮਲੇ ਤੇ ਪਾਓ ਚਾਨਣ ਥੋੜਾ ਜਿਹਾ। ਮਣੀਪੁਰ ਦੇ ਮਾਮਲੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ, ਇੱਕ ਤਾਂ ਮਣੀਪੁਰ ਦੇ ਨਾਲ ਜੁੜੇ ਹੋਏ ਕੁਝ ਜਿਹੜੇ ਕੇਸ ਸੀਗੇ, 9 ਕੇਸ ਨੇ, ਉਹਨਾਂ ਦੀ ਜਾਂਚ CBI ਦੇ ਹਵਾਲੇ ਕੀਤੀ ਗਈ ਆ। ਆਸ ਹੀ ਕਰ ਸਕਦੇ ਆ ਵੀ CBI ਇਮਾਨਦਾਰੀ ਵਰਤੇ, ਕਿਉਂਕਿ ਜੇ ਸੂਬਾ ਸਰਕਾਰ ਕਰਦੀ ਉਹਨੇ ਜਮਾ ਨਹੀਂ ਇਮਾਨਦਾਰੀ ਵਰਤਣੀ ਸੀ। ਹੁਣ ਆਇਆ ਵੀ ਇੱਥੇ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਘਿਓ ਖਿਚੜੀ ਨੇ, ਤੇ CBI ਨੂੰ ਆਪਾਂ ਪਤਾ ਹੀ ਆ ਵੀ ਅੱਜ ਕੱਲ੍ਹ CBI ਕੋਈ ਸੁਤੰਤਰ ਬੋਡੀ ਰਹੀ ਨਹੀਂ ਹੈਗੀ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ, ਆਪਾਂ ਆਪਣੇ ਕੋਲੋਂ ਕਹਿ ਨਹੀਂ ਰਹੇ ਇਹ ਗੱਲ। ਤੇ ਹੁਣ ਇਹ ਕੇਸਾਂ ਦੀ ਜਿਹੜੀ ਟੋਟਲ ਗਿਣਤੀ ਆ 17 ਹੋ ਗਈ ਹੈ। ਦੱਸਿਆ ਜਾ ਰਿਹਾ ਹੈਗਾ ਕਿ 17 ਤੱਕ ਇਹ ਸੀਮਿਤ ਨਹੀਂ ਰਹਿਣਗੇ, ਇਹਦੇ ਵਿੱਚ ਹੋਰ ਵੀ ਕੁਝ ਕੇਸ ਆ। ਇਹਦੇ ਵਿੱਚ ਜਿਹੜੀਆਂ 2 ਔਰਤਾਂ ਨਾਲ ਅਪਰਾਧ ਹੋਏ ਨੇ ਜਿਨਸੀ, ਉਹ ਵੀ ਸ਼ਾਮਿਲ ਕੀਤੇ ਗਏ ਨੇ। CBI ਨੂੰ ਇਹਦਾ ਕੇਸ ਸੌਂਪ ਦਿੱਤੇ ਗਏ ਨੇ। CBI ਨੇ ਹਾਲੇ ਤੱਕ 8 ਕੇਸ ਦਰਜ ਕੀਤੇ ਨੇ, ਜਿਹਦੇ ਵਿੱਚ ਔਰਤਾਂ ਲਈ ਵੀ ਸ਼ਾਮਲ ਹੈਗੇ ਨੇ। ਤੇ ਕੁੱਲ ਮਿਲਾ ਕੇ 17 ਦੇ ਕਰੀਬ ਬਣਦੇ ਨੇ। 9 ਹੋਰ ਕੇਸ ਇਹਦੇ ਵਿੱਚ ਐਡ ਹੋ ਗਏ ਨੇ। ਦੂਜੇ ਪਾਸੇ ਰਾਹੁਲ ਗਾਂਧੀ ਦਾ ਇੱਕ ਬਿਆਨ ਜ਼ਰੂਰ ਆਇਆ ਕਿ ਮਣੀਪੁਰ ਦੀ ਜਿਹੜੀ ਹਿੰਸਾ ਇਹ ਤੁਰੰਤ ਰੋਕਣ ਦੀ ਲੋੜ ਹੈ। ਅਜੇ ਤੱਕ ਵੀ ਕਬੈਲੀਆਂ ਨੂੰ ਜਿਹੜਾ ਹੈਗਾ ਵਨਵਾਸੀ ਕਹਿ ਕੇ ਜੰਗਲਾਂ ਤੱਕ ਸੀਮਤ ਭਾਜਪਾ ਕਰ ਰਹੀ ਹੈਗੀ ਆ, ਇਹ ਨਹੀਂ ਹੋਣਾ ਚਾਹੀਦਾ। ਤੇ ਚੋਣ ਆਯੋਗ ਦੀ ਨਿਯੁਕਤੀ ਦਾ ਮਾਮਲਾ ਜਿਹੜਾ ਲੋਕ ਸਭਾ ਦੇ ਵਿੱਚ ਬਿੱਲ ਰਾਜ ਸਭਾ ਚ ਆਇਆ ਹੈ, ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਸ਼ਰੇਆਮ ਜਿਹੜੀ ਸੁਪਰੀਮ ਕੋਰਟ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਇਹਨਾਂ ਨੇ। ਸੁਪਰੀਮ ਕੋਰਟ ਨੇ ਜਦੋਂ ਦੇਖਿਆ ਵੀ ਇਹ ਫਲਾਣੇ ਬੰਦੇ ਨੂੰ ਆਪਣੀ ਮਰਜ਼ੀ ਨਾਲ ਹੀ ਅਪਾਇੰਟ ਕਰੀ ਜਾ ਰਹੇ ਨੇ, ਫਲਾਣੇ ਨੂੰ ਬਦਲੀ ਜਾ ਰਹੇ ਹੈਗੇ, ਤਾਂ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਉਹਨਾਂ ਨੇ ਇੱਕ ਰੂਲ ਬਣਾਇਆ ਸੀ, ਤੁਹਾਨੂੰ ਯਾਦ ਹੋਣਾ। ਉਹਦੇ ਬਾਰੇ ਆਪਾਂ ਗੱਲ ਵੀ ਕੀਤੀ ਸੀ ਕੁਝ ਮਹੀਨੇ ਪਹਿਲਾਂ। ਉਹਦੇ ਵਿੱਚ ਚੀਫ ਜਸਟਿਸ ਉਸ ਕਮੇਟੀ 'ਚ ਹੋਊਗਾ, ਵਿਰੋਧੀ ਧਿਰ ਦਾ ਆਗੂ ਹੋਊਗਾ, ਤੇ ਇੱਕ ਪ੍ਰਧਾਨ ਮੰਤਰੀ ਹੋਣਗੇ, ਤੇ ਰਾਜ ਕਾਰਜੀ ਧਿਰ 'ਚੋਂ ਵੀ ਬੰਦਾ ਹੋਊਗਾ। ਇਹਨਾਂ ਨੇ ਹੁਣ ਉਹਦੇ ਵਿੱਚ ਉਹੀ ਕੀਤਾ ਵੀ ਚੀਫ ਜਸਟਿਸ ਨੂੰ ਬਾਹਰ ਕੱਢ ਦਿੱਤਾ। ਮਤਲਬ ਜਿਹੜਾ ਕਾਨੂੰਨ ਸੁਪਰੀਮ ਕੋਰਟ ਨੇ ਬਣਾਇਆ ਸੀ ਉਹਨੂੰ ਇਹ ਆਪ ਉਲਟ ਰਹੇ ਨੇ, ਸੁਪਰੀਮ ਕੋਰਟ ਦੀ ਦੂਜੇ ਸ਼ਬਦਾਂ 'ਚ ਤੌਹੀਨ ਕਰ ਰਹੇ ਨੇ। ਤੇ ਇਹਦੇ ਵਿੱਚ ਸਿੱਧਾ ਜਿਹਾ ਗੱਲ ਆ ਵੀ 2 ਬੰਦੇ ਸਾਡੇ ਹੋ ਜਾ ਕਰਨਗੇ, ਇੱਕ ਵਿਰੋਧੀ ਧਿਰ ਦਾ ਹੋ ਜਾਊਗਾ, ਤੇ ਆਪ ਹੀ ਜਿੱਥੇ 2 ਬੰਦੇ ਵੱਧ ਹੋ ਗਏ ਤਾਂ ਸਾਡੀ ਸੁਣੀ ਜਾਇਆ ਕਰੂਗੀ। ਜਦੋਂ ਜਿਹੜਾ ਚੀਫ ਜਸਟਿਸ ਸੀ ਉਹਨੇ ਜਾ ਕੇ ਨਿਰਣਾਇਕ ਭੂਮਿਕਾ ਨਿਭਾਉਣੀ ਸੀ, ਉਹਨੂੰ ਪਰਾਂ ਕਰ ਦਿੱਤਾ। ਸੋ ਇਸ ਕਰਕੇ ਇਹ ਇੱਥੇ ਗੱਲ ਸਾਫ਼ ਹੈ ਵੀ ਚੋਣ ਆਯੋਗ ਨੂੰ ਇਹ ਤਾਂ ਹੁਣ ਆਉਂਦਾ ਹੀ ਰਿਹਾ ਗਾਹੇ ਬਗਾਹੇ ਵੀ ਇਲੈਕਸ਼ਨ ਦੀ ਡੇਟ ਚੋਣ ਕਮਿਸ਼ਨ ਨੇ ਹਾਲੇ ਡਿਕਲੇਅਰ ਨਹੀਂ ਕੀਤੀ। BJP ਦੇ ਬੰਦੇ ਪਹਿਲਾਂ ਸ਼ੇਅਰ ਕਰਦੇ ਫਿਰਦੇ ਸੀ, ਉਹੀ ਤਰੀਕ ਹੁੰਦੀ ਸੀ। ਫਿਰ ਕਈ ਸੂਬਿਆਂ ਦੇ ਮਾਮਲੇ 'ਚ ਹੋਇਆ, ਤੇ ਕਈ ਸੂਬਿਆਂ ਦੇ ਮਾਮਲੇ 'ਚ ਇਲੈਕਸ਼ਨ ਕਮਿਸ਼ਨ ਨੇ BJP ਦੇ ਬੰਦਿਆਂ ਨਾਲ ਬਹੁਤ ਸਾਰੀ ਰਿਆਇਤ ਕੀਤੀ। ਹੋਰ ਛੱਡੋ, ਨਮੋ TV ਹੈ ਜਿਹੜਾ ਪਿਛਲੀ ਵਾਰ ਲੋਕ ਸਭਾ ਚੋਣਾਂ ਵੇਲੇ ਸਾਨੂੰ ਯਾਦ ਹੋਣਾ,
ਆਪ ਹੀ ਪੈਦਾ ਹੋ ਗਿਆ, ਆਪ ਹੀ ਗਾਇਬ ਹੋ ਗਿਆ। ਚੋਣ ਕਮਿਸ਼ਨ ਨੇ ਕੋਈ ਨੋਟਿਸ ਨਹੀਂ ਲਿਆ ਵੀ ਕਿਵੇਂ ਹੋਇਆ। ਤੁਹਾਨੂੰ ਪਤਾ ਵੀ ਉਹ ਲਾਇਸੈਂਸ ਮਿਲਣ ਨੂੰ ਕਿੰਨਾ ਟਾਈਮ ਮਿਲਦਾ ਲੱਗਦਾ ਨਹੀਂ, ਹੋਗਾ। ਉਹ ਸੈਟੇਲਾਈਟ ਤੇ ਵੀ ਚੱਲ ਗਿਆ ਸੀ, ਕੇਬਲ ਨੈਟਵਰਕ ਤੇ ਵੀ ਚੱਲ ਗਿਆ ਸੀ, ਸਾਰੇ ਕਿਤੇ ਚੱਲ ਗਿਆ ਭਾਜੀ। ਕੀ ਤੁਹਾਡਾ ਟਾਟਾ ਸਕਾਈ, ਕੀ ਤੁਹਾਡਾ ਆਪਣਾ 에ਅਰਟੈਲ, ਕੀ ਕਿਤੇ ਕੇਬਲ ਟੀਵੀ ਸਭ ਤੇ ਚੱਲ ਗਿਆ। ਫਿਰ ਗਾਇਬ ਵੀ ਇੱਕਦਮ ਹੋ ਗਿਆ, ਜਿਵੇਂ ਚੋਣਾਂ ਲੰਘੀਆਂ ਗਾਇਬ ਹੋ ਗਿਆ। ਉਹਦੇ ਤਾਂ ਹੋਰ ਕੁਝ ਨਹੀਂ ਚੱਲਦਾ ਸੀ। 24 ਆਵਰਸ ਮੋਦੀ ਚੱਲਦਾ ਸੀ, 9 ਵੀ ਨਮੋ ਟੀਵੀ ਸੀਗਾ। ਤੇ ਇਹਦੇ ਬਾਰੇ ਚੋਣ ਕਮਿਸ਼ਨ ਨੇ ਕੋਈ ਨੋਟਿਸ ਨਹੀਂ ਲਿਆ। ਇੱਕ ਵੱਡੀ ਰੈਲੀ ਕੀਤੀ ਮੋਦੀ ਨੇ, ਜਦੋਂ ਵੋਟ ਪਾਉਣ ਗਿਆ ਉਹਨੂੰ ਉਹਨੇ ਆਪਣੀ ਚੋਣ ਰੈਲੀ 'ਚ ਤਬਦੀਲ ਕਰ ਦਿੱਤਾ, ਉਹਦਾ ਵੀ ਕੋਈ ਨੋਟਿਸ ਨਹੀਂ ਲਿਆ। ਅੱਛਾ, ਜਿਹੜੇ ਇੱਕ ਚੋਣ ਆਯੁਕਤ ਨੇ ਕਿਹਾ ਕਿ ਮੈਂ ਜਿਹੜਾ ਇਹਦੇ ਉਲਟਾ ਮੋਦੀ ਨੇ ਜਿਹੜਾ ਕੰਮ ਕੀਤਾ ਉਹਦਾ ਬੁਰਾ ਹਾਲ ਕਰਤਾ ਇਹਨਾਂ ਨੇ, ਉਹ ਬਾਅਦ ਵਿੱਚ ਇੱਕ ਨੇ ਹੈਲੀਕਾਪਟਰ ਦੀ ਤਲਾਸ਼ੀ ਲੈ ਲਈ ਸੀ, ਉਹਦਾ ਕੀ ਹਾਲ ਕੀਤਾ ਦੇਖ ਲਓ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇੱਥੇ ਜਿਹੜਾ ਇਹ ਕੰਮ ਕਿਉਂ ਕੀਤਾ ਗਿਆ, ਇਹ ਹੁਣ ਮੈਨੂੰ ਜਦੋਂ ਮੈਂ ਇੰਨੀ ਸਾਰੀ ਵਿਆਖਿਆ ਕਰਤੀ ਸ਼ਾਇਦ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਇਹ ਕੰਮ ਕਿਉਂ ਕੀਤਾ ਗਿਆ। ਵੀ ਚੋਣ ਕਮਿਸ਼ਨ ਦੀ ਨਿਯੁਕਤੀ ਵਿੱਚ ਇਹਨਾਂ ਨੇ ਚੀਫ ਜਸਟਿਸ ਨੂੰ ਪਰਾਂ ਕੱਢ ਦਿੱਤਾ ਤਾਂ ਜੋ ਕਿ ਆਪਣੀ ਮਰਜ਼ੀ ਦੇ ਬੰਦੇ ਲਾਉਣਗੇ, ਆਪਣੀ ਮਰਜ਼ੀ ਦੇ ਬੰਦੇ ਲਾ ਕੇ ਉਹ ਮਤਲਬ ਆਪਣਾ ਜਿਹੜੇ ਏਜੰਡੇ ਨੇ ਆਪਣੇ ਉਹ ਸਾਰੇ ਸੈੱਟ ਕਰ ਜੀ। ਤੇ ਉਧਰ ਸ਼ਰਦ ਯਾਦਵ ਕਹਿੰਦੇ ਫੇਰ ਬਦਲੇ ਸੇ ਨਜ਼ਰ ਆ ਰਹੇ ਹੈ। ਸ਼ਰਦ ਯਾਦਵ ਨੇ ਇੱਕ ਬਿਆਨ ਦਿੱਤਾ ਕਿਉਂਕਿ ਕੁਝ ਦਿਨਾਂ ਨੂੰ ਹੁਣ ਵਿਰੋਧੀ ਪਾਰਟੀਆਂ ਦਾ ਜਿਹੜਾ ਇੰਡੀਆ ਅਲਾਇੰਸ ਆ ਉਹਦੀ ਮੀਟਿੰਗ ਹੋਣ ਲੱਗੀ ਆ, ਕਿਉਂਕਿ ਇਹਨਾਂ ਨੇ ਜਨਾਬ ਦੇ ਬਾਰੇ ਇੱਕ ਤਾਂ ਖਬਰ ਅਸ਼ੋਕ ਵਾਨਖੇੜੇ ਨੇ ਕੱਢੀ ਸੀਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਅਸ਼ੋਕ ਵਾਨਖੇੜੇ ਮਹਾਰਾਸ਼ਟਰ ਦਾ ਕਹਿੰਦਾ ਕਿ ਹੁਣ ਦਾ ਪੱਤਰਕਾਰ ਆ, ਉਹਨੇ ਕੱਢੀ ਸੀ ਕਿ ਸ਼ਰਦ ਪਵਾਰ ਅੰਦਰ ਖਾਤੇ ਬੀਜੇਪੀ ਨਾਲ ਹੱਥ ਮਿਲਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈ। ਉਦੋਂ ਬਾਅਦ ਵਿੱਚ ਜਿਵੇਂ ਮੋਦੀ ਦਾ ਸਨਮਾਨ ਕੀਤਾ ਗਿਆ ਮਹਾਰਾਸ਼ਟਰ 'ਚ, ਉਹ ਸਨਮਾਨ ਸਮਾਗਮ ਦੇ ਵਿੱਚ ਇਹਦੇ ਭਾਈਵਾਲਾਂ ਨੇ ਕਿਹਾ ਵੀ ਤੂੰ ਨਾ ਜਾ ਸ਼ਰਦ ਪਵਾਰ ਨੂੰ। ਇਹ ਗਿਆ ਤੇ ਭਤੀਜੇ ਨਾਲ ਵੀ ਅੰਦਰ ਖਾਤੇ ਕਹਿੰਦੇ ਕਾਫੀ ਹੁਣ ਅੱਜ ਕੱਲ ਕਾਫੀ ਇਹ ਵਧੀਆ ਸੰਬੰਧ ਬਣੇ ਹੋਏ ਹੈਗੇ ਨੇ। ਪਹਿਲਾਂ ਤਾਂ ਕਾਫੀ ਖਟਾਈ 'ਚ ਆ ਗਏ ਸੀ, ਭਾਵੇਂ ਖੈਰ ਉਹਨੂੰ ਤਾਂ ਬੰਦਾ ਕਹਿ ਸਕਦਾ ਜੀ ਮੇਰਾ ਭਤੀਜਾ ਵਾ, ਮੇਰਾ ਕੁੜੀ ਇਹਦੇ ਇਕੱਲੀ ਆ ਤੇ ਉਹ ਭਤੀਜਾ ਵੀ ਮੁੰਡਿਆਂ ਵਰਗਾ ਹੀ ਹੋ ਗਿਆ, ਵੀ ਉਹ ਤਾਂ ਮੇਰਾ ਜਵਾਕ ਆ, ਮੈਂ ਜਾ ਹੀ ਸਕਦਾ, ਉਹਦੇ ਲਈ ਤੇ 100 ਬਹਾਨੇ ਨੇ। ਪਰ ਮੋਦੀ ਦੇ ਸਨਮਾਨ ਵਾਲੇ ਸਮਾਗਮ ਤੁਸੀਂ ਕਿਉਂ ਗਏ? ਹੁਣ ਜਨਾਬ ਕਹਿ ਰਹੇ ਨੇ ਕਿ ਬੀਜੇਪੀ ਨਾਲ ਮੈਂ ਜਾਵਾਂਗਾ ਨਹੀਂ ਕਿਉਂਕਿ ਮੇਰੀ ਵਿਚਾਰਧਾਰਾ ਨਹੀਂ ਮਿਲਦੀ ਹੈਗੀ, ਪਰ ਕੁਝ ਸਵਾਲ ਜਿਹੜੇ ਉਦਾਂ ਹੀ ਖੜੇ ਨੇ। ਉਹ ਸਨਮਾਨ ਤੇ ਕਿਉਂ ਗਏ? ਅਸ਼ੋਕ ਵਾਨਖੇੜੇ ਦੀ ਜਿਹੜੀ ਸਟੋਰੀ ਆ ਉਹਨੇ ਕਈ ਸਾਰੇ ਵੇਰਵੇ ਦਿੱਤੇ ਹੋਏ ਸੀਗੇ, ਹੁਣ ਤਾਂ ਕਈ ਦਿਨ ਹੋ ਗਏ ਉਹ ਐਕਸਪ੍ਰੈਸ ਟਾਈ ਨੂੰ, ਉਹਨੂੰ ਕਿਵੇਂ ਝਿਠਲਾਓਗੇ ਤੁਸੀਂ? ਤੇ ਬਾਕੀ ਹੈ ਕਿ ਇਹਦੇ ਬਾਰੇ ਇੱਕ ਗੱਲ ਮੰਨੀ ਜਾਂਦੀ ਹੈ ਸ਼ਰਦ ਪਵਾਰ ਦੇ ਬਾਰੇ ਵੀ ਜਿਹੜੀ ਗੱਲ ਇਹਦੇ ਢਿੱਡ 'ਚ ਹੈ ਉਹ ਮੂੰਹ ਤੇ ਨਹੀਂ ਹੋਊਗੀ, ਜਿਹੜੀ ਮੂੰਹ ਤੇ ਉਹ ਢਿੱਡ 'ਚ ਨਹੀਂ ਹੋਊਗੀ। ਤੇ ਛੇਤੀ ਆਪਣੇ ਢਿੱਡ ਵਾਲੀ ਗੱਲ ਦੱਸਦਾ ਨਹੀਂ, ਜਿਵੇਂ ਆਪਣਾ ਪ੍ਰਕਾਸ਼ ਸਿੰਘ ਬਾਦਲ ਨਹੀਂ ਦੱਸਦਾ ਹੁੰਦਾ ਸੀਗਾ। ਸੋ ਇਸ ਕਰਕੇ ਇਹ ਜਿਹੜੀ ਗੇਮ ਸਾਹਮਣੇ ਖੇਡਦਾ ਪਰਦੇ ਪਿੱਛੇ ਹੋਰ ਖੇਡਦਾ ਹੁੰਦਾ, ਤੇ ਇਸ ਕਰਕੇ ਇਹ ਬਿਆਨ ਇਤਵਾਰ ਜੋ ਕੋਈ ਨਹੀਂ ਹੈਗਾ, ਅੱਗੇ ਜਾ ਕੇ ਦੇਖਦੇ ਆ ਕੀ ਹੁੰਦਾ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ। ਸੋ ਹੁਣ ਵੇਲਾ ਇੱਕ ਬ੍ਰੇਕ ਦਾ ਤੇ ਫਿਰ ਸਾਂਝ ਪਾਉਣੇ ਆ ਜੀ ਡਾਕਟਰ ਸ਼ਿੰਦਰ ਕੌਰ ਹੋਰਾਂ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।